ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇ ਬਰਾੜ। ਸਭ ਤੋਂ ਪਹਿਲਾਂ ਵੱਡੀ ਖਬਰ ਅੱਜ ਦੀ, ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ ਕਰੋਨਾ ਨਾਲ 4 ਮੌਤਾਂ ਹੋ ਗਈਆਂ ਨੇ। 4 ਵਿਅਕਤੀਆਂ ਦੀ ਜਾਨ ਕਰੋਨਾ ਦੀ ਵਜ੍ਹਾ ਨਾਲ ਅੱਜ ਗਈ ਹੈ ਇੱਕ ਦਿਨ ਦੇ ਵਿੱਚ। ਅੰਮ੍ਰਿਤਸਰ ਦੇ ਇੱਕ ਸ਼ਖਸ ਦੀ PGI 'ਚ ਮੌਤ ਹੋਈ ਹੈ। ਲੁਧਿਆਣਾ ਦੀ ਇੱਕ ਮਹਿਲਾ ਨੇ ਦਮ ਤੋੜਿਆ ਹੈ। ਫਗਵਾੜਾ ਦੇ ਇੱਕ ਸ਼ਖਸ ਦੀ ਵੀ ਜੋ ਲੁਧਿਆਣਾ 'ਚ ਦਾਖਲ ਸੀ ਉਸ ਦੀ ਜਾਨ ਗਈ ਹੈ। ਔਰ ਫਿਰੋਜ਼ਪੁਰ ਦੇ ਵੀ ਇੱਕ 40 ਸਾਲਾ ਸ਼ਖਸ ਦੀ ਮੌਤ ਹੋਈ ਹੈ। ਇਹ ਵਿਅਕਤੀ ਸਾਰੇ ਕਰੋਨਾ ਤੋਂ ਇਲਾਵਾ ਦੂਸਰੀਆਂ ਬਿਮਾਰੀਆਂ ਤੋਂ ਵੀ ਪੀੜਿਤ ਸਨ। ਪੰਜਾਬ ਦੇ ਵਿੱਚ ਹੁਣ ਤੱਕ ਕਰੋਨਾ ਦੇ ਨਾਲ ਮੌਤਾਂ ਦਾ ਅੰਕੜਾ 24 ਤੇ ਪਹੁੰਚ ਚੁੱਕਿਆ ਹੈ। ਸੋ ਹੁਣ ਤੱਕ 24 ਮੌਤਾਂ ਕਰੋਨਾ ਦੀ ਵਜ੍ਹਾ ਨਾਲ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ। ਔਰ ਅੱਜ ਇੱਕ ਦਿਨ ਦੇ ਵਿੱਚ 4 ਮੌਤਾਂ ਹੋਈਆਂ ਨੇ। ਸੋ ਅੱਜ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇੱਕ ਦਿਨ ਦੇ ਵਿੱਚ 4 ਮੌਤਾਂ, ਔਰ ਜਿਨ੍ਹਾਂ ਦੇ ਵਿੱਚ ਅਸੀਂ ਦੱਸ ਰਹੇ ਹਾਂ ਕਿ ਇੱਕ ਅੰਮ੍ਰਿਤਸਰ ਦਾ ਸ਼ਖਸ ਸੀ ਜਿਸ ਦੀ ਡੈਥ ਹੋਈ ਹੈ। PGI ਦੇ ਵਿੱਚ ਉਸਨੇ ਦਮ ਤੋੜਿਆ ਹੈ, PGI 'ਚ ਦਾਖਲ ਸੀ। ਇੱਕ ਲੁਧਿਆਣਾ ਦੀ ਮਹਿਲਾ ਸੀ, ਉਸ ਦੀ ਮੌਤ ਹੋਈ ਹੈ। ਇੱਕ ਫਗਵਾੜਾ ਦਾ ਸ਼ਖਸ ਸੀ, ਉਸ ਦੀ ਜਾਨ ਗਈ ਹੈ। ਔਰ ਇੱਕ ਫਿਰੋਜ਼ਪੁਰ ਦਾ 40 ਸਾਲਾ ਸ਼ਖਸ ਸੀ, ਉਸ ਦੀ ਜਾਨ ਗਈ ਹੈ। ਇਹ ਚਾਰੇ ਕਰੋਨਾ ਤੋਂ ਇਲਾਵਾ ਕੁਝ ਦੂਸਰੀਆਂ ਬਿਮਾਰੀਆਂ ਤੋਂ ਵੀ ਪੀੜਿਤ ਸਨ। ਔਰ ਹੁਣ ਤੱਕ ਪੰਜਾਬ ਦੇ ਵਿੱਚ ਮੌਤਾਂ ਦਾ ਅੰਕੜਾ 24 ਹੋ ਗਿਆ ਹੈ। 24 ਮੌਤਾਂ ਹੋ ਚੁੱਕੀਆਂ ਨੇ। ਔਰ ਕੇਸ ਜਿਹੜੇ ਪੰਜਾਬ ਦੇ ਵਿੱਚ ਨੇ ਉਹ 1200 ਦੇ ਨੇੜੇ ਪਹੁੰਚ ਚੁੱਕੇ ਨੇ ਹੁਣ ਤੱਕ ਕਰੋਨਾ ਦੇ ਕੁੱਲ ਮਰੀਜ਼। ਤਾਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਿਸ ਸ਼ਖਸ ਦੀ ਮੌਤ ਹੋਈ ਹੈ ਉਸ ਦਾ ਜ਼ਿਕਰ ਕਰਦੇ ਹਾਂ। ਬਾਬਾ ਬਕਾਲਾ ਦਾ ਇਹ ਸ਼ਖਸ ਹੈ। ਕਈ ਦਿਨਾਂ ਤੋਂ ਇਸ ਦਾ ਇਲਾਜ ਚੱਲ ਰਿਹਾ ਸੀ। ਹਾਰਟ ਅਟੈਕ ਆਉਣ ਤੇ ਹਸਪਤਾਲ ਦੇ ਵਿੱਚ ਇਸ ਨੂੰ ਦਾਖਲ ਕਰਵਾਇਆ ਗਿਆ ਸੀ। ਅੰਮ੍ਰਿਤਸਰ ਤੋਂ ਇਸ ਨੂੰ ਚੰਡੀਗੜ੍ਹ PGI ਰੈਫਰ ਕਰ ਦਿੱਤਾ ਗਿਆ। PGI ਦੇ ਵਿੱਚ ਇਸ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ। ਇਲਾਜ ਦੌਰਾਨ ਇਸ ਸ਼ਖਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਕੁਆਰੰਟੀਨ ਕੀਤਾ ਗਿਆ ਹੈ। ਮ੍ਰਿਤਕ ਦੇ ਰਿਹਾਇਸ਼ੀ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਪਹਿਲਾਂ ਹਾਰਟ ਅਟੈਕ ਆਇਆ ਸੀ, ਉਸ ਤੋਂ ਬਾਅਦ PGI ਰੈਫਰ ਕੀਤਾ ਗਿਆ ਸੀ ਔਰ ਬਾਅਦ ਦੇ ਵਿੱਚ PGI 'ਚ ਆ ਕੇ ਇਸ ਦੇ ਵਿੱਚ ਕਰੋਨਾ ਦੀ ਪੁਸ਼ਟੀ ਹੋਈ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਰਾਜੀਵ, ਪੂਰੀ ਹਿਸਟਰੀ ਜਾਣਨੀ ਚਾਹਾਂਗੇ ਸ਼ਖਸ ਦੀ, ਕਿਵੇਂ ਇਹ ਬਿਮਾਰ ਹੋਏ ਸੀ ਔਰ ਕਿੰਨੇ ਦਿਨ ਤੱਕ ਅੰਮ੍ਰਿਤਸਰ ਰਹੇ, ਉਸ ਤੋਂ ਬਾਅਦ ਕਦੋਂ PGI ਸ਼ਿਫਟ ਕੀਤਾ ਗਿਆ, ਪੂਰਾ ਬਿਊਰਾ ਅਗਰ ਦੇ ਸਕੋ ਤਾਂ। ਜੀ ਹਾਂ ਵਿਜੇ, ਇਹ ਜਿਹੜੀ ਜਾਣਕਾਰੀ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਉਹ ਇਹ ਹੈ ਕਿ ਇਹ ਸ਼ਖਸ ਜਿਸ ਨੂੰ ਹਾਰਟ ਅਟੈਕ ਆਇਆ ਸੀ ਔਰ ਇਸ ਤੋਂ ਪਹਿਲਾਂ ਹੋਰ ਵੀ ਹਸਪਤਾਲਾਂ ਦੇ ਵਿੱਚ ਇਸ ਦਾ ਜਿਹੜਾ ਇਲਾਜ ਉਹ ਕੀਤਾ ਗਿਆ ਸੀ ਔਰ PGI ਦੇ ਵਿੱਚ ਮੌਤ ਦੀ ਜਿਹੜੀ ਹੈ ਉਹ ਪੁਸ਼ਟੀ ਕੀਤੀ ਗਈ ਹੈ। ਤਾਂ ਇਸ ਦੇ ਵਿੱਚ ਇੱਕ ਹੋਰ ਜਿਹੜੀ ਨਵੀਂ ਚੀਜ਼ ਹੁਣ ਸਾਹਮਣੇ ਆਈ ਹੈ ਕਿ ਜੋ ਅੰਮ੍ਰਿਤਸਰ ਦਿਹਾਤੀ ਦੇ SSP ਨੇ ਵਿਕਰਮਜੀਤ ਦੁੱਗਲ, ਉਹਨਾਂ ਦਾ ਕਹਿਣਾ ਕਿ ਹਾਲੇ ਜਿਹੜਾ ਡਾਕਟਰਾਂ ਦਾ ਇੱਕ ਵਾਰ ਫਿਰ ਓਪੀਨੀਅਨ ਲਿਆ ਜਾ ਰਿਹਾ ਕਿ ਇਸ ਜਿਹੜਾ ਨੌਜਵਾਨ ਹੈ ਇਹ ਕਰੋਨਾ ਦੇ ਨਾਲ ਪੀੜਤ ਸੀ ਜਾਂ ਨਹੀਂ, ਪਰ ਫਿਲਹਾਲ ਇਹ ਜ਼ਰੂਰ ਕਿਹਾ ਜਾ ਰਿਹਾ ਉੱਥੇ ਕਿ ਉਸਦੇ ਵਿੱਚ ਅਜਿਹੇ ਲੱਛਣ ਜਿਹੜੇ ਨੇ ਉਹ ਸਾਹਮਣੇ ਆਏ ਸਨ। ਤਾਂ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ, ਤਾਂ ਉਸ ਤੋਂ ਬਾਅਦ ਇਹ ਸਪਸ਼ਟ ਹੋਏਗਾ। ਪਰ ਪ੍ਰੀਕਾਸ਼ਨਰੀ ਜੋ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਜੋ ਆਸ-ਪਾਸ ਦਾ ਉਹਨਾਂ ਦੇ ਘਰ ਦਾ ਇਲਾਕਾ ਹੈ ਉਸ ਨੂੰ ਸੀਲ ਕਰਕੇ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਫਿਲਹਾਲ ਇਹ ਜਿਹੜੀ ਖਬਰ ਸਾਹਮਣੇ ਆਈ ਕਿ ਨੌਜਵਾਨ ਜੋ ਸੀ, ਇਸ ਦੀ ਉਮਰ ਵੀ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਜੋ ਕਿ ਹਾਰਟ ਦੀ ਸਮੱਸਿਆ ਆਈ ਸੀ ਔਰ PGI ਦੇ ਵਿੱਚ ਅੱਜ ਉਸਨੇ ਦਮ ਤੋੜਿਆ। ਤਾਂ ਇਸ ਦੀ ਪੁਸ਼ਟੀ ਫਿਲਹਾਲ ਜੋ ਹੈ, ਪਹਿਲਾਂ ਅਧਿਕਾਰੀ ਕਹਿ ਰਹੇ ਸਨ ਕਿ ਉਸਦੇ ਜਿਹੜੀ ਕਰੋਨਾ ਪੋਜ਼ਿਟਿਵ ਹੋਣ ਦੇ ਕਰਕੇ ਲੱਛਣ ਜਿਹੜੇ ਨੇ ਉਸਦੇ ਨਾਲ ਮੌਤ ਹੋ ਸਕਦੀ ਹੈ। ਪਰ ਫਿਲਹਾਲ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਇਹ ਸਾਰਾ ਮਾਮਲਾ ਚੰਡੀਗੜ੍ਹ ਦਾ, ਤਾਂ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਇੱਕ ਵਾਰ ਜਿਹੜੇ ਡਾਕਟਰਸ ਨੇ ਉਹਨਾਂ ਦਾ ਓਪੀਨੀਅਨ ਲਵਾਂਗੇ, ਉਸ ਤੋਂ ਬਾਅਦ ਇਹ ਪੁਸ਼ਟੀ ਕੀਤੀ ਜਾ ਸਕਦੀ ਕਿ ਉਸਦੀ ਮੌਤ ਦਾ ਜਿਹੜਾ ਕਾਰਨ ਹੈ ਉਹ ਹਾਰਟ ਅਟੈਕ ਸੀ ਜਾਂ ਫਿਰ ਕਰੋਨਾ। ਤਾਂ ਇਸ ਦੇ ਬਾਰੇ ਥੋੜੀ ਦੁਵਿਧਾ ਜ਼ਰੂਰ ਜਿਹੜਾ ਜ਼ਿਲ੍ਹਾ ਅਧਿਕਾਰੀਆਂ ਨੇ ਔਰ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਹੈ ਉਸਦੇ ਵਿਚਾਲੇ ਚੱਲ ਰਿਹਾ। ਪਰ ਫਿਲਹਾਲ ਇਹ ਜ਼ਰੂਰ ਪੁਸ਼ਟੀ ਕੀਤੀ ਗਈ ਹੈ ਕਿ ਉਸ ਨੌਜਵਾਨ ਦੀ ਅੱਜ PGI ਦੇ ਵਿੱਚ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ। ਠੀਕ ਹੈ ਰਾਜੀਵ, ਧੰਨਵਾਦ ਫਿਲਹਾਲ ਇਸ ਜਾਣਕਾਰੀ ਦੇ ਲਈ। ਤਾਂ ਅੰਮ੍ਰਿਤਸਰ ਦੇ ਜਿਸ ਸ਼ਖਸ ਬਾਰੇ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ, ਇਸ ਸ਼ਖਸ ਦੀ ਮੌਤ ਹੋਈ ਹੈ ਅੱਜ। ਨੌਜਵਾਨ ਲੜਕਾ ਸੀ, 20 ਸਾਲ ਦੇ ਕਰੀਬ ਉਮਰ ਦੱਸੀ ਜਾ ਰਹੀ ਹੈ, ਪਰ ਇਸ ਨੂੰ ਹਾਰਟ ਅਟੈਕ ਆਇਆ ਸੀ। ਹਾਰਟ ਅਟੈਕ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਇਸ ਨੂੰ PGI ਰੈਫਰ ਕਰ ਦਿੱਤਾ ਗਿਆ। PGI ਦੇ ਵਿੱਚ ਇਸ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਜਦੋਂ ਇਸ ਦਾ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਪੋਜ਼ਿਟਿਵ ਆਇਆ, ਪਰ ਹਾਲੇ ਡਾਕਟਰ ਇਸ ਬਾਰੇ
ਸਾਫ਼ ਤੌਰ ਤੇ ਨਹੀਂ ਦੱਸ ਰਹੇ ਕਿ ਇਸ ਦੀ ਮੌਤ ਦੀ ਵਜ੍ਹਾ ਕਰੋਨਾ ਹੀ ਹੈ ਜਾਂ ਜੋ ਹਾਰਟ ਅਟੈਕ ਆਇਆ ਸੀ ਉਸ ਵਜ੍ਹਾ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ। ਤੇ ਫਗਵਾੜਾ ਦੇ ਇੱਕ ਸ਼ਖਸ ਨੇ ਅੱਜ ਲੁਧਿਆਣਾ ਦੇ ਡੀਐਮਸੀ ਦਇਆਨੰਦ ਮੈਡੀਕਲ ਕਾਲਜ ਦੇ ਵਿੱਚ ਦਮ ਤੋੜ ਦਿੱਤਾ। ਕਾਫੀ ਸਮੇਂ ਤੋਂ ਇਹ ਹਸਪਤਾਲ ਦੇ ਵਿੱਚ ਦਾਖਲ ਸੀ। ਅੱਜ ਹੀ ਇਸ ਸ਼ਖਸ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਫਗਵਾੜਾ ਦੇ ਪਲਾਹੀ ਗੇਟ ਦਾ ਇਹ ਰਹਿਣ ਵਾਲਾ ਸ਼ਖਸ ਸੀ। ਸਥਾਨਕ ਪ੍ਰਸ਼ਾਸਨ ਵੱਲੋਂ ਹੁਣ ਪੂਰੇ ਇਲਾਕੇ ਨੂੰ, ਫਗਵਾੜਾ ਦਾ ਜੋ ਪਲਾਹੀ ਗੇਟ ਇਲਾਕਾ ਹੈ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਸ਼ਖਸ ਵੀ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਡੀਐਮਸੀ ਦਇਆਨੰਦ ਮੈਡੀਕਲ ਕਾਲਜ ਦੇ ਵਿੱਚ, ਜੋ ਲੁਧਿਆਣਾ ਦਾ ਇੱਕ ਵੱਡਾ ਹਸਪਤਾਲ ਹੈ, ਉੱਥੇ ਦਾਖਲ ਸੀ ਔਰ ਉਸ ਹਸਪਤਾਲ ਦੇ ਵਿੱਚ ਇਸ ਦੀ ਜਦੋਂ ਕਰੋਨਾ ਦਾ ਟੈਸਟ ਕੀਤਾ ਗਿਆ, ਰਿਪੋਰਟ ਲਈ ਗਈ ਤਾਂ ਉਹ ਰਿਪੋਰਟ ਪੋਜ਼ਿਟਿਵ ਆਈ। ਅੱਜ ਹੀ ਇਸ ਸ਼ਖਸ ਦੀ ਇਹ ਰਿਪੋਰਟ ਪੋਜ਼ਿਟਿਵ ਆਈ ਸੀ ਔਰ ਅੱਜ ਹੀ ਇਸ ਸ਼ਖਸ ਦੀ ਮੌਤ ਹੋ ਗਈ। ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਫਗਵਾੜਾ ਦਾ ਇਹ ਸ਼ਖਸ ਸੀ, ਪਲਾਹੀਪੁਰਾ ਇਲਾਕੇ ਦਾ, ਫਗਵਾੜਾ ਦੇ ਪਲਾਹੀ ਗੇਟ ਇਲਾਕੇ ਦਾ ਰਹਿਣ ਵਾਲਾ ਸੀ। ਤੇ ਫਿਰੋਜ਼ਪੁਰ ਦੇ ਸ਼ਖਸ ਦਾ ਜ਼ਿਕਰ ਕਰ ਲੈਂਦੇ ਹਾਂ ਜਿਸ ਦੀ ਕਰੋਨਾ ਨਾਲ ਅੱਜ ਮੌਤ ਹੋਈ ਹੈ। ਇਸ ਦਾ ਇਲਾਜ ਫਰੀਦਕੋਟ ਦੇ ਇੱਕ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ। ਮੌਤ ਤੋਂ ਬਾਅਦ ਇਸ ਦੇ ਵਿੱਚ ਵੀ ਕਰੋਨਾ ਦੀ ਪੁਸ਼ਟੀ ਹੋਈ ਹੈ। ਇਹ ਫਿਰੋਜ਼ਪੁਰ ਦੇ ਪਿੰਡ ਅਲੀਕੇ ਦਾ ਰਹਿਣ ਵਾਲਾ ਸੀ। ਇਹ ਵਿਅਕਤੀ, ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ। ਇਸ ਮਰੀਜ਼ ਦੀ ਮੌਤ ਦੇ ਨਾਲ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਜਿਹੜਾ ਸਟਾਫ ਹੈ ਉਸ ਤੇ ਵੀ ਕਰੋਨਾ ਦਾ ਸੰਕਟ ਮੰਡਰਾਉਣ ਲੱਗਿਆ ਹੈ, ਕਿਉਂਕਿ ਇਹ ਮਰੀਜ਼ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਆਇਆ ਸੀ। ਉਸ ਵੇਲੇ ਇਸ ਨੂੰ ਹੋਰ ਪ੍ਰੋਬਲਮ ਸਨ। ਉਸ ਵੇਲੇ ਇਸ ਦਾ ਕਰੋਨਾ ਟੈਸਟ ਨਹੀਂ ਲਿਆ ਗਿਆ ਸੀ ਪਹਿਲਾਂ, ਪਰ ਬਾਅਦ ਦੇ ਵਿੱਚ ਜਦੋਂ ਇਸ ਦਾ ਕਰੋਨਾ ਟੈਸਟ ਲਿਆ ਗਿਆ, ਇਸ ਦੀ ਮੌਤ ਤੋਂ ਬਾਅਦ ਉਹ ਰਿਪੋਰਟ ਆਈ ਹੈ ਕਰੋਨਾ ਪੋਜ਼ਿਟਿਵ ਦੀ। ਇਸ ਦੀ ਰਿਪੋਰਟ ਆਈ ਔਰ ਇਸ ਸ਼ਖਸ ਦੀ ਮੌਤ ਹੋ ਗਈ। ਕਿ ਜੀ 28-29 ਤਰੀਕ ਨੂੰ ਪੇਸ਼ੈਂਟ ਆਇਆ ਹੈ ਜਿੰਦਾ ਪਿੰਡ ਹੈਗਾ ਅਲੀਕੇ। ਅਸ਼ੋਕ ਕੁਮਾਰ ਪੇਸ਼ੈਂਟ ਦਾ ਨਾਂ। ਜਿਵੇਂ ਕਿ ਤੁਸੀਂ ਵੇਖ ਰਹੇ ਹੋ, ਸਾਰਾ ਸਟਾਫ ਖੜਾ, ਡਾਕਟਰ ਸਾਹਿਬਾਨ ਵੀ ਖੜੇ ਨੇ, ਨਰਸਿੰਗ ਸਟਾਫ ਖੜਾ, ਕਲਾਸ 4 ਸਫਾਈ ਸੇਵਕ, ਸਾਰਾ ਸਟਾਫ ਖੜਾ ਹੈ। ਅਸੀਂ ਸਾਰੇ ਉਹਨਾਂ ਦੇ ਕੰਟੈਕਟ ਵਿੱਚ ਆਏ ਹਾਂ ਤੇ ਹੁਣ ਸਾਡੇ ਟੈਸਟ ਵਾਸਤੇ ਸਾਨੂੰ ਬੁਲਾਇਆ ਗਿਆ ਹੈ। ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਜਿਹੜੇ ਸਾਡਾ ਸਟਾਫ ਕਰੋਨਾ ਦੇ ਪੇਸ਼ੈਂਟ ਦੀ ਦੇਖਭਾਲ ਕਰ ਰਿਹਾ, ਉਹਨਾਂ ਵਾਸਤੇ ਰਹਿਣ ਵਾਸਤੇ ਕਿਤੇ ਇੰਤਜ਼ਾਮ ਸਾਨੂੰ ਕਰਾਇਆ ਜਾਵੇ ਕਿ ਅਸੀਂ ਘਰੇ ਨਾ ਜਾਈਏ। ਜੇ ਅਸੀਂ ਘਰੇ ਜਾਂਦੇ ਹਾਂ ਤੇ ਘਰ ਦੇ ਆਪਣੇ ਜੀਆਂ ਨੂੰ ਵੀ ਬਿਮਾਰੀ ਦੇਵਾਂਗੇ ਤੇ ਨਾਲ ਆਂਢੀ ਗੁਆਂਢੀ ਮਹੱਲਾ ਸਾਰਾ ਅਸੀਂ ਜਿਹੜਾ ਉਹ ਖਰਾਬ ਕਰਾਂਗੇ। ਨਹੀਂ, ਪ੍ਰੀਕਾਸ਼ਨ ਸਾਰੀਆਂ ਵਰਤੀਆਂ ਨੇ, ਪਰ ਬਸ ਡਿਮਾਂਡ ਆਹੀ ਹੈਗੀ ਸਾਡੀ ਕਿ ਵੀ ਜਿਹੜਾ ਇੱਥੇ ਸਟਾਫ ਕੰਮ ਕਰਦਾ ਨਾ ਉਹਨੂੰ ਰਹਿਣ ਵਾਸਤੇ ਦਿੱਤਾ ਜਾਵੇ ਤੇ ਜਿਹੜਾ ਵੀ ਪੇਸ਼ੈਂਟ ਹਾਈ ਰਿਸਕ ਆਂਦਾ ਨਾ ਇੱਥੇ ਉਹ ਸਿੱਧਾ ਆਈਸੋਲੇਸ਼ਨ ਵਾਰਡ ਦੇ ਵਿੱਚ ਐਡਮਿਟ ਕੀਤਾ ਜਾਵੇ ਤੇ ਸੈਂਪਲ ਜਿਹੜੇ ਸੈਂਪਲ ਵੀ ਲੈਂਦੇ ਨਾ, ਸੈਂਪਲ ਕਲੈਕਸ਼ਨ ਏਰੀਆ। ਤੇ ਪੰਜਾਬ ਦੇ ਵਿੱਚ ਇਸ ਵੇਲੇ ਕੁੱਲ ਅੰਕੜਾ ਕੀ ਕਹਿ ਰਿਹਾ, ਇਸ ਤੇ ਇੱਕ ਨਜ਼ਰ ਪਾ ਲੈਂਦੇ ਆ। ਇਸ ਵੇਲੇ ਪੰਜਾਬ ਦੇ ਵਿੱਚ ਅੱਜ ਮਰੀਜ਼ਾਂ ਦੀ ਜਿਹੜੀ ਕੁੱਲ ਗਿਣਤੀ ਆ ਉਹ 1100 ਤੋਂ ਟੱਪ ਚੁੱਕੀ ਹੈ, 1100 ਤੋਂ ਪਾਰ ਪਹੁੰਚ ਚੁੱਕੀ ਹੈ ਔਰ ਪਹਿਲੀ ਵਾਰ ਇਹ ਹੋਇਆ ਕਿ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 300 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਹੁਣ ਤੱਕ ਜਿਹੜੇ ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਨੇ ਉਹ 600 ਤੋਂ ਜ਼ਿਆਦਾ ਪੋਜ਼ਿਟਿਵ ਪਾਏ ਗਏ ਨੇ। ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 200 ਮਾਮਲੇ ਜਿਹੜੇ ਨੇ ਸ਼ਰਧਾਲੂਆਂ ਦੇ ਨਾਲ ਜੁੜੇ ਹੋਏ ਨੇ। 200 ਤੋਂ ਜ਼ਿਆਦਾ ਸ਼ਰਧਾਲੂਆਂ ਦੀ ਰਿਪੋਰਟ ਸਿਰਫ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਪੋਜ਼ਿਟਿਵ ਆ ਚੁੱਕੀ ਹੈ। ਸੋ ਪੰਜਾਬ ਦੇ ਵਿੱਚ ਕੁੱਲ ਮਾਮਲੇ ਜਿਹੜੇ ਨੇ ਉਹ 1100 ਤੋਂ ਪਾਰ ਪਹੁੰਚ ਚੁੱਕੇ ਨੇ, ਯਾਨੀ ਕਰੀਬ 60% ਜਿਹੜੇ ਮਾਮਲੇ ਨੇ ਉਹ ਸਿਰਫ 4 ਦਿਨਾਂ ਦੇ ਵਿੱਚ ਸਾਹਮਣੇ ਆਏ ਨੇ। ਹੁਣ ਤੱਕ 600 ਤੋਂ ਵੱਧ ਸ਼ਰਧਾਲੂ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਜਿਵੇਂ ਆંકੜੇ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ, ਨਵਾਂ ਸ਼ਹਿਰ ਦੇ ਵਿੱਚ ਅੱਜ 57 ਸ਼ਰਧਾਲੂ ਜਿਹੜੇ ਸੀ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ। ਹੁਸ਼ਿਆਰਪੁਰ ਦੇ ਵਿੱਚ 40 ਸ਼ਰਧਾਲੂਆਂ ਦੀ ਰਿਪੋਰਟ ਪੋਜ਼ਿਟਿਵ ਆਈ। ਬਠਿੰਡਾ 'ਚ 33 ਦੀ ਰਿਪੋਰਟ ਪੋਜ਼ਿਟਿਵ ਆਈ। ਮੁਕਤਸਰ ਦੇ ਵਿੱਚ ਅੱਜ ਕਰੋਨਾ ਦੇ 42 ਨਵੇਂ ਮਾਮਲੇ ਸਾਹਮਣੇ ਆਏ, ਸਾਰੇ ਸ਼ਰਧਾਲੂਆਂ ਦੇ ਨਾਲ ਜੁੜੇ ਹੋਏ ਨੇ। ਤਰਨਤਾਰਨ ਤੋਂ 28 ਨਵੇਂ ਕੇਸ ਜਿਹੜੇ ਨੇ ਸ਼ਰਧਾਲੂਆਂ ਦੇ ਉਹ ਪੋਜ਼ਿਟਿਵ ਆਏ। ਅੰਮ੍ਰਿਤਸਰ ਦੇ ਵਿੱਚ ਅੱਜ 6 ਨਵੇਂ ਮਾਮਲੇ ਸਾਹਮਣੇ ਆਏ। ਸੋ ਸਭ ਤੋਂ ਜ਼ਿਆਦਾ ਅੰਮ੍ਰਿਤਸਰ 'ਚ ਜਿਵੇਂ ਅਸੀਂ ਦੱਸ ਰਹੇ ਹਾਂ 200 ਤੋਂ ਜ਼ਿਆਦਾ ਗਿਣਤੀ ਹੋ ਚੁੱਕੀ ਹੈ। ਰੋਪੜ ਦੇ ਵਿੱਚ 9 ਸ਼ਰਧਾਲੂਆਂ ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਆਈ ਹੈ। ਸੋ ਹੁਣ ਤੱਕ ਪੰਜਾਬ ਦੇ 21 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹਨਾਂ ਦੀਆਂ ਰਿਪੋਰਟਾਂ ਪੋਜ਼ਿਟਿਵ ਆ ਚੁੱਕੀਆਂ ਨੇ ਔਰ ਕੁੱਲ ਅੰਕੜਾ ਜਿਹੜਾ ਹੈ ਪੰਜਾਬ ਦੇ ਵਿੱਚ 1100 ਤੋਂ ਟੱਪ ਚੁੱਕਿਆ ਹੈ।
ਸੋ ਇਸ ਸਭ ਦੇ ਵਿੱਚ ਸਿਆਸਤ ਵੀ ਖੂਬ ਗਰਮਾਉਣ ਲੱਗੀ ਹੈ। ਅਕਾਲੀ ਦਲ ਤੇ ਕਾਂਗਰਸ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਖਾਸ ਤੌਰ ਤੇ ਸ਼ਰਧਾਲੂਆਂ ਦੇ ਮਾਮਲੇ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ। ਹਰਸਿਮਰਤ ਬਾਦਲ, ਵਿਕਰਮ ਮਜੀਠੀਆ ਨੇ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਹੈ ਕਿ ਸਰਕਾਰ ਨੂੰ ਪਹਿਲਾਂ ਸ਼ਰਧਾਲੂਆਂ ਦੀ ਜਾਂਚ ਕਰਵਾਉਣੀ ਚਾਹੀਦੀ ਸੀ ਤੇ ਜਾਂਚ ਤੋਂ ਬਾਅਦ ਹੀ ਉਹਨਾਂ ਨੂੰ ਘਰ ਭੇਜਦੇ। ਹਰਸਿਮਰਤ ਬਾਦਲ ਇਹ ਗੱਲ ਕਹਿ ਰਹੇ ਨੇ। ਉਹਨਾਂ ਕਿਹਾ ਹੈ ਕਿ ਸ਼ਰਧਾਲੂਆਂ ਦੇ ਲਈ ਏਸੀ ਬੱਸਾਂ ਭੇਜਣੀਆਂ ਵੀ ਵੱਡੀ ਗਲਤੀ ਸੀ ਤੇ ਵਿਕਰਮ ਮਜੀਠੀਆ ਦਾ ਬਿਆਨ ਹੈ ਕਿ ਉਹਨਾਂ ਨੂੰ ਏਸੀ ਬੱਸਾਂ 'ਚ ਨਹੀਂ ਭੇਜਣਾ ਚਾਹੀਦਾ ਸੀ। ਯਾਨੀ ਤਰਕ ਇਹ ਦੇ ਰਹੇ ਨੇ ਵਿਕਰਮ ਮਜੀਠੀਆ ਕਿ ਜਦੋਂ ਏਸੀ ਬੱਸਾਂ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ, ਕਿਉਂਕਿ ਸਾਰੀਆਂ ਸੈਂਟਰਲੀ ਏਸੀ ਬੱਸਾਂ ਸੀ, ਸੋ ਜੇ ਇੱਕ ਸ਼ਰਧਾਲੂ ਵੀ ਪੋਜ਼ਿਟਿਵ ਸੀ ਤਾਂ ਸੈਂਟਰਲੀ ਏਸੀ ਬੱਸਾਂ ਦੇ ਵਿੱਚ ਜਿਹੜੀ ਹਵਾ ਹੈ, ਠੰਡਕ ਹੈ, ਉਸ ਤਰੀਕੇ ਨਾਲ ਘੁੰਮਦੀ ਰਹਿੰਦੀ ਹੈ। ਜੇ ਕੋਈ ਇੱਕ ਵਿਅਕਤੀ ਸਾਹ ਲੈ ਰਿਹਾ ਤਾਂ ਉਸ ਦੇ ਨਾਲ ਦੂਸਰਿਆਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਹ ਮੈਡੀਕਲ ਤਰੀਕੇ ਨਾਲ ਵੀ ਕਈ ਵਾਰੀ ਗੱਲਾਂ ਬਾਤਾਂ ਸਾਹਮਣੇ ਆ ਚੁੱਕੀਆਂ ਨੇ ਔਰ ਹੁਣ ਨਿਸ਼ਾਨੇ ਇਸ ਨੂੰ ਲੈ ਕੇ ਵੀ ਲਾਏ ਜਾ ਰਹੇ ਨੇ ਕਿ ਸ਼ਰਧਾਲੂਆਂ ਨੂੰ ਏਸੀ ਬੱਸਾਂ ਤੇ ਕਿਉਂ ਲਿਆਂਦਾ ਗਿਆ। ਲੇਕਿਨ ਉਹਨਾਂ ਨੂੰ ਵਾਪਸ ਲਾ ਕੇ ਜਿਹੜੀ ਸੈਟ ਇੱਕ ਪ੍ਰੋਟੋਕਾਲ ਹੈ 3 ਹਫ਼ਤਿਆਂ ਤੋਂ ਆਪਾਂ ਦੇਖ ਰਹੇ 4 ਹਫ਼ਤਿਆਂ ਚੋਂ ਕਿ ਲੋਕਾਂ ਨੂੰ ਬਾਰਡਰ 'ਚ ਰੋਕ ਕੇ ਉਹਨਾਂ ਦੀ ਕੁਆਰੰਟੀਨ ਕਰਾਈ ਜਾ ਰਹੀ ਹੈ, ਉਹਨਾਂ ਦੀ ਟੈਸਟਿੰਗ ਕਰਾਈ ਜਾ ਰਹੀ ਹੈ ਤੇ ਸਾਡੇ ਕੈਪਟਨ ਸਾਹਿਬ ਵਾਪਸ ਆਉਣ ਵਾਲਿਆਂ ਨੂੰ ਸਿੱਧੇ ਘਰ ਪਹੁੰਚਾ ਰਹੇ ਨੇ ਤੇ ਟਵੀਟ ਕਰ ਰਹੇ ਨੇ ਸਹੀ ਸਲਾਮਤ ਘਰੇ ਪਹੁੰਚਾਤਾ, ਕੋਈ ਟੈਸਟਿੰਗ ਨਹੀਂ ਕੀਤੀ। ਤੇ ਅੱਜ ਜਦ ਇਹਨਾਂ ਦੀ ਲਾਪਰਵਾਹੀ ਕਰਕੇ ਜਦ ਕਰੋਨਾ ਦੇ ਮਰੀਜ਼ ਬਣ ਰਹੇ ਨੇ, ਇਹਨਾਂ ਦੀ ਲਾਪਰਵਾਹੀ ਕਿਉਂਕਿ ਟੈਸਟਿੰਗ ਕਰਾਉਣਾ ਇਹਨਾਂ ਦਾ ਕੰਮ ਸੀਗਾ, ਜਦ ਨਹੀਂ ਕਰਾਈ ਤਾਂ ਫਿਰ ਬਦਨਾਮ ਉਹਨਾਂ ਵਿਚਾਰਿਆਂ ਨੂੰ ਕਰ ਰਹੇ ਨੇ ਜਿਹੜੇ ਇਸ ਬਿਮਾਰੀ ਦਾ ਸ਼ਿਕਾਰ ਹੋਏ ਨੇ। ਉਹਨਾਂ ਨੂੰ ਕ੍ਰਿਮੀਨਲਸ ਦੀ ਤਰ੍ਹਾਂ, ਇਹ ਭੇੜ ਪਕੜੀਆਂ ਦੀ ਤਰ੍ਹਾਂ ਇਹਨਾਂ ਨੂੰ ਇੱਥੇ ਸਿੱਟ ਰਹੇ ਨੇ। ਜੇ ਇਹਨਾਂ ਤੋਂ ਨਹੀਂ ਸਾਂਭਿਆ ਜਾਂਦਾ, 3 ਕਰੋੜ ਦੀ ਆਬਾਦੀ ਹੈ, ਜੇ 3500 ਬੰਦਿਆਂ ਨੂੰ ਨਹੀਂ ਸਾਂਭ ਸਕਦੇ ਤਾਂ ਫਿਰ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਹੈ ਸਾਡੇ ਹਵਾਲੇ ਕਰ ਦਿਓ। ਕੀ ਕਹਿੰਦੀਆਂ ਸੀ ਆ ਗਾਈਡਲਾਈਨਸ ਹੈ, 에ਅਰ ਕੰਡੀਸ਼ਨਰ ਦਾ ਵਰਤੋ ਜੇ ਹੋਊਗਾ ਤੇ ਕਰੋਨਾ ਦਾ ਸਪਰੈਡ ਬਹੁਤ ਤੇਜ਼ੀ ਨਾਲ ਬਹੁਤ ਜ਼ਿਆਦਾ ਹੋ ਸਕਦਾ ਔਰ ਇਹੀ ਗੱਲ ਮਹਾਰਾਸ਼ਟਰ ਦੀ ਸਰਕਾਰ ਕਹਿ ਰਹੀ ਹੈ। ਅੱਜ ਮੈਂ ਪੁੱਛਣਾ ਵੀ ਚਾਹੁੰਦਾ, 1 ਮਹੀਨਾ ਤੇ 15 ਦਿਨ ਦੇ ਨੇੜੇ ਤੇੜੇ ਇਹ ਸ਼ਰਧਾਲੂ ਮਹਾਰਾਸ਼ਟਰ 'ਚ ਰਹੇ ਆ। ਜੇ ਕਿਸੇ ਨੂੰ ਕਰੋਨਾ ਹੁੰਦਾ ਯਾਰ 10 ਦਿਨਾਂ 'ਚ ਸਿੰਪਟਮਸ ਆ ਜਾਂਦੇ ਆ, 15 ਦਿਨ 'ਚ 20 ਦਿਨ 'ਚ ਜੇ ਸੀਵੀਅਰ ਅਟੈਕ ਹੋ ਜਾਏ ਕਰੋਨਾ ਦਾ, ਇਸ ਗੱਲ ਦੀ ਪੁਸ਼ਟੀ ਹੈ ਕਿ ਉੱਥੇ ਉਹ ਕਰੋਨਾ ਪੋਜ਼ਿਟਿਵ ਨਹੀਂ ਸਨ ਔਰ ਇਹ ਗੱਲ ਦੀ ਉਹਨਾਂ ਦੀ ਜੋ ਇੱਕ ਵਾਰੀ ਨਹੀਂ 3 ਵਾਰੀ ਤੇ ਨੰਦੇੜ ਤੋਂ ਆਏ ਸ਼ਰਧਾਲੂਆਂ ਨੂੰ ਲੈ ਕੇ ਹੁਣ ਸਰਕਾਰ ਵੀ ਬੈਕਫੁੱਟ ਤੇ ਆਉਂਦੀ ਦਿਖਾਈ ਦੇ ਰਹੀ ਹੈ। ਬੈਕਫੁੱਟ ਤੇ ਆਈ ਹੈ ਸਰਕਾਰ ਕਿਉਂਕਿ ਇਹਨਾਂ ਸ਼ਰਧਾਲੂਆਂ ਵੱਲੋਂ ਲਗਾਤਾਰ ਇੰਤਜ਼ਾਮਾਂ ਦੀ ਕਮੀ ਦੀ ਗੱਲ ਕਹੀ ਜਾ ਰਹੀ ਹੈ। ਇਹਨਾਂ ਵੱਲੋਂ ਵੱਡੀਆਂ ਸਮੱਸਿਆਵਾਂ ਦੀ ਗੱਲ ਕਹੀ ਜਾ ਰਹੀ ਹੈ ਕਿ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੈ ਕੁਆਰੰਟੀਨ ਦੇ ਲਈ, ਨਾ ਤਾਂ ਉੱਥੇ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਨੇ, ਨਾ ਉਹਨਾਂ ਨੂੰ ਚੱਜ ਨਾਲ ਖਾਣਾ ਮਿਲਦਾ, ਨਾ ਉਹਨਾਂ ਦੇ ਨਹਾਉਣ ਧੋਣ ਦੇ ਕੋਈ ਪ੍ਰਬੰਧ ਨੇ। ਸੋ ਇਸ ਨੂੰ ਲੈ ਕੇ ਸ਼ਰਧਾਲੂ ਲਗਾਤਾਰ ਵੀਡੀਓ ਮੈਸੇजेस ਭੇਜ ਰਹੇ ਨੇ ਔਰ ਉਸ ਤੋਂ ਬਾਅਦ ਹੁਣ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਬੈਕਫੁੱਟ ਤੇ ਆ ਗਏ ਨੇ। ਸਿਹਤ ਮੰਤਰੀ ਨੇ ਮੰਨਿਆ ਹੈ ਕਿ ਇੰਤਜ਼ਾਮਾਂ ਦੀ ਕਮੀ ਸੂਬੇ ਦੇ ਵਿੱਚ ਹੈ ਔਰ ਇਹਨਾਂ ਪ੍ਰਬੰਧਾਂ ਦੀ ਕਮੀ ਦੇ ਲਈ ਸਿਹਤ ਮੰਤਰੀ ਵੱਲੋਂ ਬਕਾਇਦਾ ਹੁਣ ਮਾਫੀ ਮੰਗੀ ਗਈ ਹੈ। ਉਹਨਾਂ ਕਿਹਾ ਹੈ ਕਿ ਹੁਣ ਸਰਕਾਰ ਘਰਾਂ 'ਚ ਕੁਆਰੰਟੀਨ ਕਰਨ ਦੇ ਲਈ ਤਿਆਰ ਹੈ, ਯਾਨੀ ਜਿਨ੍ਹਾਂ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਉਹਨਾਂ ਨੂੰ ਹੋਮ ਕੁਆਰੰਟੀਨ ਕੀਤਾ ਜਾਏਗਾ ਅਗਲੇ ਦਿਨਾਂ ਦੇ ਵਿੱਚ। ਇਹ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਕਹਿ ਰਹੇ ਨੇ। ਉਹਨਾਂ ਕਿਹਾ ਹੈ ਕਿ ਹਜੇ ਵੀ ਕੇਸ ਵੱਧ ਸਕਦੇ ਨੇ ਪਰ ਘਬਰਾਉਣ ਦੀ ਲੋੜ ਨਹੀਂ। ਸਿਹਤ ਮੰਤਰੀ ਨੇ ਸ਼ਰਧਾਲੂਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ ਹੈ। ਉਧਰ ਕਪੂਰਥਲਾ 'ਚ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਸ਼ਰਧਾਲੂਆਂ ਤੋਂ ਮਾਫੀ ਮੰਗੀ। ਦਰਅਸਲ ਉਹ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ ਔਰ ਜਦੋਂ ਸ਼ਰਧਾਲੂਆਂ ਦਾ ਗੁੱਸਾ ਉਹਨਾਂ ਤੇ ਫੁੱਟ ਪਿਆ ਤਾਂ ਫਿਰ ਰਾਣਾ ਗੁਰਜੀਤ ਉਹਨਾਂ ਤੋਂ ਮਾਫੀ ਮੰਗਦੇ ਨਜ਼ਰ ਆਏ। ਸੋ ਬਲਬੀਰ ਸਿੱਧੂ ਇਸ ਵੇਲੇ ਸਿਹਤ ਮੰਤਰੀ ਕਹਿ ਰਹੇ ਨੇ ਕਿ ਘਰਾਂ ਦੇ ਵਿੱਚ ਕੁਆਰੰਟੀਨ ਕੀਤਾ ਜਾ ਸਕਦਾ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਸ਼ਮੂਲੀਅਤ ਕੀਤੀ ਔਰ ਪੰਜਾਬ 'ਚ ਪਹੁੰਚੇ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਸਾਰਾ ਅਮਲਾ ਫੈਲਾ ਸੀ ਉਹਨੇ ਬੜੇ ਤਰਤੀਬ ਦੇ ਨਾਲ ਸਾਰਿਆਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ। ਠੀਕ ਹੈ, ਕਈ ਜਗ੍ਹਾ ਤੇ ਛੋਟੀਆਂ ਮੋਟੀਆਂ ਤਰੱਕੀਆਂ ਜਾਂ ਕੁਛ ਕਾਰਨਾਂ ਕਰਕੇ ਅਸੀਂ ਉਹਨਾਂ ਦੀ ਪੂਰੀ ਪ੍ਰੋਪਰ ਸੰਭਾਲ ਨਹੀਂ ਕਰ ਸਕੇ ਹੋਵਾਂਗੇ। ਉਹਨਾਂ ਦੇ ਉਸਨੇ 2-3 ਦਿਨ ਮੈਂ ਦੇਖਦਾ ਰਿਹਾ, ਟਾਇਲਟ ਦੇ ਪ੍ਰਬੰਧ ਠੀਕ ਨਹੀਂ, ਪੀਣ ਵਾਲਾ ਪਾਣੀ ਪਤਾ ਨਹੀਂ ਟੈਂਕੀ ਕਦੋਂ ਸਾਫ਼ ਹੋਈ ਸੀ ਕਦੋਂ ਨਹੀਂ ਹੋਈ ਸੀ। ਟੈਂਕਾਂ ਨਾਲ ਅਸੀਂ ਪਾਣੀ ਪਿਆ ਰਹੇ, ਖੁਦ ਮੈਂ ਬੋਤਲ ਦਾ ਪਾਣੀ ਪੀਣਾ।
ਸਾਫ਼ ਸੁਥਰਾ ਪਾਣੀ ਮਿਲਣਾ ਚਾਹੀਦਾ। ਇਹਨਾਂ ਦਾ ਟ੍ਰੀਟਮੈਂਟ ਠੀਕ ਨਹੀਂ ਹੋਇਆ ਔਰ ਮੇਰੇ ਕਪੂਰਥਲੇ 'ਚ ਨਹੀਂ ਹੋਇਆ। ਹੁਣ ਇਹਨਾਂ ਨੂੰ PTU 'ਚ ਲਿਜਾਊਂ, ਕੱਲੇ ਨੂੰ ਕਮਰਾ ਦਵਾਊਂ ਤੇ ਸੰਗਤ ਪਹਿਲਾਂ ਤਾਂ ਮੈਂ ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ, ਉਹਨਾਂ ਦੋਨਾਂ ਤੋਂ ਮਾਫੀ ਮੰਗਦਾ ਕਿ ਉਹਨਾਂ ਦੀ ਸੰਗਤ ਮੇਰੇ ਹੁੰਦੇ ਹੋਏ, ਹਾਲਾਂਕਿ ਮੈਂ ਗੇੜੇ ਵੀ 2 ਰੋਜ਼ ਮਾਰੇ, ਉਹਦੇ ਬਾਵਜੂਦ ਮਾੜੇ ਹਾਲਾਤਾਂ 'ਚ ਰਹੀ, ਉਹਦੀ ਮਾਫੀ ਮੰਗੂਗਾ। ਸਾਡੇ ਸਹਿਯੋਗੀ ਨਪਿੰਦਰ ਬਰਾੜ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਗੱਲਬਾਤ ਕਰਦੇ ਆ। ਨਪਿੰਦਰ, ਇਸ ਵੇਲੇ ਹੁਣ ਬਦ ਇੰਤਜ਼ਾਮੀ ਦੀ ਗੱਲ ਹੋ ਰਹੀ ਹੈ। ਬਦ ਇੰਤਜ਼ਾਮੀ ਦਾ ਜਿਹੜਾ ਮੁੱਦਾ ਹੈ ਉਹ ਜ਼ਿਆਦਾ ਗਰਮਾ ਗਿਆ ਹੈ ਕਿ ਸ਼ਰਧਾਲੂਆਂ ਨੂੰ, ਚਲੋ ਕਿਸੇ ਦੀ ਰਿਪੋਰਟ ਪੋਜ਼ਿਟਿਵ ਆਈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਕੋਈ ਇਖਲਾਕੀ ਤੌਰ ਤੇ ਉਸ ਤੇ ਧੱਬਾ ਲੱਗ ਗਿਆ ਜਾਂ ਉਸ ਤੋਂ ਕੋਈ ਨੈਤਿਕ ਗਲਤੀ ਹੋ ਗਈ। ਇਹ ਇੱਕ ਮੈਡੀਕਲ ਸਾਇੰਸ ਦਾ ਵਿਸ਼ਾ ਹੈ। ਕਿਸੇ ਦੀ ਵੀ ਰਿਪੋਰਟ ਕਦੇ ਵੀ ਪੋਜ਼ਿਟਿਵ ਆ ਸਕਦੀ ਹੈ। ਇਸ ਤੋਂ ਕੋਈ ਸ਼ਖਸ, ਤੁਸੀਂ ਮੈਂ ਵੀ ਕਦੇ ਇਨਕਾਰ ਨਹੀਂ ਕਰ ਸਕਦੇ ਕਿ ਕਿਸੇ ਨੂੰ ਇਹ ਪ੍ਰੋਬਲਮ ਨਹੀਂ ਹੋ ਸਕਦੀ, ਚਾਹੇ ਕੋਈ ਵੀ ਬੰਦਾ ਹੈ। ਪਰ ਇਸ ਵੇਲੇ ਹੁਣ ਗੱਲ ਅੱਗੇ ਆ ਗਈ ਇਹਨਾਂ ਨੂੰ ਰੱਖਣ ਦੀ, ਇਹਨਾਂ ਦਾ ਧਿਆਨ ਰੱਖਣ ਦੀ, ਇਹਨਾਂ ਨੂੰ ਮੈਡੀਕਲ ਫੈਸਿਲਿਟੀਜ਼ ਦੇਣ ਦੀ, ਔਰ ਜਿਨ੍ਹਾਂ ਦਾ ਟੈਸਟ ਨੈਗੇਟਿਵ ਵੀ ਆਏ ਨੇ, ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਣਾ ਹੈ, ਉਹਨਾਂ ਨੂੰ ਸਹੂਲਤਾਂ ਦੇਣ ਦੀ। ਸੋ ਕਿਸ ਤਰੀਕੇ ਨਾਲ ਤੁਸੀਂ ਇਸ ਪੂਰੇ ਇੰਤਜ਼ਾਮਾਂ ਨੂੰ ਦੇਖ ਰਹੇ ਹੋ, ਜਾਂ ਹੁਣ ਸਰਕਾਰ ਦਾ ਪੱਖ ਕੀ ਹੈ ਔਰ ਦੂਸਰੇ ਪਾਸੇ ਕਿਸ ਤਰੀਕੇ ਦੀ ਸਿਆਸਤ ਚੱਲ ਰਹੀ ਹੈ? बिल्कुल स्थिति साफ है। जिस तरह के लगातार असं हालात देख रहे हैं, लगातार सोशल मीडिया से वीडियो वायरल हो रही हैं, न्यूज़ 18 लगातार एक करके हर शहर का हाल दिखा रहा है जिथे ये श्रद्धालु इस वेले देखो पहला दूजे सूबे के बगाने सूबे के आप कह रहे थे कि बगाने सूबे के उन्होंने छेती लिया जाए, लगातार लोग मंग कर रहे थे। जो आपके घर परते आए ने तो हर बंदे नूं हुंदा है कि जो मैं आपके स्टेट पहुंच जूंगा, आपके घर पहुंच जूंगा तो मैनूं सुख दा साह आ जाऊगा और मैनू उत्थे बेफिक्री हो जाएगी। पर जिहड़े हालात इत्थे आके इन्हां श्रद्धालुओं दे नाल होए ने, ਇਹ ਉੱਥੇ ਬੇਫਿਕਰੀ ਸੀ, ਉੱਥੇ ਸਗੋਂ ਲੰਗਰ ਪਾਣੀ ਸਭ ਮਿਲ ਰਿਹਾ ਸੀ, ਰਹਿਣ ਦਾ ਪ੍ਰਬੰਧ ਸੀ। ਪਰ ਜਿਵੇਂ ਹੀ ਇੱਥੇ ਆਏ ਨੇ, ਆਪਦੇ ਘਰ ਆਉਂਦੇ ਹੀ, ਆਪਦੀ ਸਟੇਟ ਦੇ ਵਿੱਚ ਆਉਂਦੇ ਹੀ ਇਹਨਾਂ ਦੇ ਹਾਲ ਮੰਦਹਾਲੇ ਹੋ ਗਏ ਨੇ, ਬਦਹਾਲ ਹੋ ਗਏ ਨੇ ਲੋਕ। ਔਰ ਅੱਜ ਹਰ ਜਗ੍ਹਾ ਤੇ ਵੀਡੀਓ ਆ ਰਹੀਆਂ ਨੇ। ਔਰ ਜੇਕਰ ਆਪਾਂ ਇਹਨਾਂ ਇਲਜ਼ਾਮਾਂ ਦੀ ਗੱਲ ਕਰੀਏ ਵਿਜੇ, ਤਾਂ ਇਕੱਲੀ ਗੱਲ ਇਲਜ਼ਾਮਾਂ ਤੇ ਨਹੀਂ ਨਿਬੜਦੀ। ਸਿੱਧੇ ਤੌਰ ਤੇ ਕਾਂਗਰਸ ਸੱਤਾ ਧਿਰ ਦੇ ਆਪਦੇ ਵਿਧਾਇਕ ਰਾਣਾ ਗੁਰਜੀਤ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਵਾਕਈ ਬਾਦ ਇੰਤਜ਼ਾਮੀ ਆ। ਜਿੱਥੇ ਸਿਹਤ ਮੰਤਰੀ ਬਲਬੀਰ ਸਿੱਧੂ ਕਹਿ ਰਹੇ ਨੇ, ਸਿਹਤ ਮੰਤਰੀ ਵਿਜੇ ਖੁਦ ਕਹਿ ਰਹੇ ਨੇ ਕਿ ਅਸੀਂ ਮਾਫੀ ਮੰਗਦੇ ਹਾਂ ਕਿ ਅਸੀਂ ਪੂਰੇ ਪ੍ਰਬੰਧ ਨਹੀਂ ਕਰ ਸਕੇ। ਤਾਂ ਜਿਹੜੇ ਪ੍ਰਬੰਧ ਅਗਰ ਨਹੀਂ ਕਰ ਸਕੇ ਤਾਂ ਇਹ ਠੀਕ ਕਿਹਨੇ ਕਰਨੇ ਆ? ਠੀਕ ਵੀ ਸਰਕਾਰ ਨੇ ਕਰਨੀ ਹੈ। ਸਰਕਾਰ ਦੇ ਮਾਫੀ ਮੰਗਣ ਨਾਲ ਗੁਜ਼ਾਰਾ ਨਹੀਂ ਵਿਜੇ। ਨਪਿੰਦਰ, ਤੁਸੀਂ ਬਣੇ ਰਹਿਣਾ ਸਾਡੇ ਨਾਲ, ਤੁਸੀਂ ਬਣੇ ਰਹਿਣਾ ਸਾਡੇ ਨਾਲ। ਚਰਨਜੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਸਾਡੇ ਨਾਲ ਜੁੜੇ ਨੇ। ਹਰਜੋਤ ਕਮਲ ਜੀ, ਮੇਰਾ ਸਵਾਲ ਪਹਿਲਾਂ ਤੁਹਾਡੇ ਤੋਂ ਹੈ। ਸਿਹਤ ਮੰਤਰੀ ਹੁਣ ਕਹਿ ਰਹੇ ਨੇ ਕਿ ਅਸੀਂ ਮਾਫੀ ਮੰਗਦੇ ਹਾਂ ਜੇ ਇੰਤਜ਼ਾਮਾਂ 'ਚ ਕਮੀ ਰਹੀ ਹੈ। ਰਾਣਾ ਗੁਰਜੀਤ ਮਾਫੀ ਮੰਗ ਰਹੇ ਨੇ ਵੀ ਗਲਤੀ ਹੋਈ ਹੈ ਜਾਂ ਇੰਤਜ਼ਾਮਾਂ 'ਚ ਕਮੀ ਹੈ, ਅਸੀਂ ਇਹਨਾਂ ਨੂੰ ਕੱਲੇ ਨੂੰ ਰੱਖਾਂਗੇ। ਸਵਾਲ ਇਹ ਹੈ, ਜਦੋਂ ਆਲਰੇਡੀ SGPC ਕਹਿ ਰਹੀ ਸੀ ਵੀ ਸਾਡੇ ਕੋਲੇ ਇੰਨੇ ਕਮਰੇ ਪਏ ਹੈ, 5-6 ਹਜ਼ਾਰ ਦੇ ਅਸੀਂ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ, ਫਿਰ ਕੀ ਲੋੜ ਸੀ ਇਹੋ ਜਿਹੀਆਂ ਥਾਵਾਂ ਤੇ ਰੱਖਣ ਦੀ ਜਿੱਥੇ ਹੁਣ ਰੌਲਾ ਪੈ ਰਿਹਾ? ਅਸਲ ਦੇ ਵਿੱਚ ਪ੍ਰੋਬਲਮ ਇਹ ਆਈ ਹੈ ਕਿ ਅਸੀਂ ਜਿਹੜੇ ਤਿਆਰ ਕੀਤੇ ਸੀਗੇ ਉਹ ਕੁਆਰੰਟਾਈਨ ਵਾਲੇ ਨਹੀਂ ਸੀਗੇ। ਪਹਿਲਾਂ ਜਦੋਂ ਰੱਖੇ ਹੋਏ ਸੀ ਉਹ ਇਸ ਤਰ੍ਹਾਂ ਨਾਲ ਪ੍ਰਬੰਧ ਕੀਤੇ ਸੀ ਕਿ ਜਿਨ੍ਹਾਂ ਦੇ ਪੋਜ਼ਿਟਿਵ ਆਏ ਉਹਨਾਂ ਨੂੰ ਇੱਥੇ ਰੱਖਿਆ ਜਾਣਾ। ਆਹ ਜਿਹੜਾ ਅਸੀਂ ਨੰਦੇੜ ਸਾਹਿਬ ਤੋਂ ਹਜ਼ੂਰ ਸਾਹਿਬ ਤੋਂ ਲਿਆਉਣ ਵਾਲੀ ਸਾਡੀ ਆ ਕਵਾਇਤ ਪਈ ਆ, ਅਸੀਂ ਹੈਗੇ ਆ, ਇਹਦੇ ਕਰਕੇ ਇੱਕਦਮ ਸਾਰੇ ਆਉਣ ਕਰਕੇ ਇੱਕ ਜਿਹੜੇ ਬਾਹਰਲੀਆਂ ਸੂਬਿਆਂ ਤੋਂ ਸਾਡੇ ਆ ਗਏ ਨੇ ਲੇਬਰ, ਜਿਹੜੀ ਇੱਥੋਂ ਗਈ ਵੀ ਸੀ ਉਹ ਵਾਪਸ ਆ ਗਈ, ਉਹਦੇ ਨਾਲ ਇੱਕਦਮ ਸਾਰਾ ਸਿਸਟਮ ਹੀ ਜਿਹੜਾ ਹਿੱਲ ਗਿਆ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਬਦ ਇੰਤਜ਼ਾਮੀ ਦੀ, ਇਹ ਬਦ ਨੀਅਤ ਨਹੀਂ ਸੀ, ਬਦ ਇੰਤਜ਼ਾਮ ਜ਼ਰੂਰ ਹੋ ਗਿਆ। ਪਰ ਇਹਨੂੰ ਜਿਵੇਂ ਆਈ ਇੱਕਦਮ ਪ੍ਰੋਬਲਮ ਆ ਗਈ, ਇੱਕਦਮ ਹੀ 5 ਉੱਥੋਂ ਆ ਗਏ ਪੋਜ਼ਿਟਿਵ, 5 ਉੱਥੋਂ ਆ ਗਏ। ਮੈਂ ਇਸ ਗੱਲ ਦੇ ਉੱਤੇ ਸਮਝਦਾ ਕਿ ਇਹ ਬਿਮਾਰੀ ਆ। ਨਹੀਂ, ਪਰ ਹਰਜੋਤ ਜੀ, ਜੇ ਆਪਾਂ 4-5 ਹਜ਼ਾਰ ਬੰਦੇ ਨੂੰ ਲੈ ਕੇ ਆ ਰਹੇ ਹਾਂ ਤਾਂ ਇਸ ਚੀਜ਼ ਦਾ ਅੰਦੇਸ਼ਾ ਤੇ ਪਹਿਲਾਂ ਹੈਗਾ ਹੀ ਹੈ ਕਿ ਅਸੀਂ ਉਹਨਾਂ ਨੂੰ ਰੱਖਣਾ ਕਿੱਥੇ ਹੈ। ਸੋਚਿਆ ਵੀ ਉਹਨਾਂ ਨੂੰ ਜਿਹੜੇ 4-5 ਹਜ਼ਾਰ ਅਸੀਂ ਲੈ ਕੇ ਆਉਣੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਹੋਊਗੀ ਜਾਂ ਉਹਨਾਂ ਨੂੰ ਕਰਨਾ ਪਊਗਾ। ਕਿਉਂਕਿ ਆਮ ਅਸੀਂ ਇਹੀ ਸੋਚਦੇ ਸੀਗੇ ਵੀ 1.5 ਮਹੀਨਾ ਹੋ ਗਿਆ ਸ਼ਰਧਾਲੂਆਂ ਨੂੰ ਫਸਿਆਂ ਨੂੰ, ਜੋ 1.5 ਮਹੀਨੇ ਤੋਂ ਪਹਿਲਾਂ ਹੀ ਕੁਆਰੰਟਾਈਨ ਦੇ ਵਿੱਚ ਹੈਗੇ ਆ।
ਪਰ ਜਦੋਂ ਇੱਥੇ ਆਏ ਆ ਅਸੀਂ ਤਾਂ ਵੀ ਉਹਨਾਂ ਨੂੰ ਘਰੇ ਹੀ ਜਾਣ ਦਿੱਤਾ, ਕੋਈ ਏਦਾਂ ਦੀ ਸਮੱਸਿਆ ਲੱਗਦੀ ਨਹੀਂ ਸੀ। ਪਰ ਉਹ ਜਦੋਂ ਇੱਕਦਮ ਹੀ 5 ਕੇਸ ਪੋਜ਼ਿਟਿਵ ਨਿਕਲ ਆਏ ਇੱਕ ਜਗ੍ਹਾ ਤੋਂ, ਤਾਂ ਸਾਨੂੰ ਉਹ ਸਾਰੇ ਹੀ ਕਰਨੇ ਪਏ ਆ। ਔਰ ਅੱਜ ਮੇਰੇ ਮੋਗੇ 'ਚ ਵੀ ਹੁਣੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੈਂ ਪਰਸੋਂ ਵੀ ਜਾ ਕੇ ਆਇਆ ਕੁਆਰੰਟਾਈਨ ਸੈਂਟਰ 'ਚ, ਅੱਜ ਵੀ ਮੈਂ ਇੰਤਜ਼ਾਮ ਹਸਪੀਟਲ 'ਚ ਵੀ ਦੇਖ ਕੇ ਆਇਆ। ਸੋ ਮੈਂ ਹੁਣੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਉਦੋਂ ਅਗਲੀ ਗੱਲ ਕਰਕੇ ਹਟਿਆ ਕਿ ਮੇਰੇ ਪਿੰਡਾਂ ਵਾਲੇ ਜਿਹੜੇ ਨੇ ਉਹ 5-5 4-4 ਬੰਦੇ ਨੇ ਇੱਕ ਪਿੰਡ ਦੇ, ਉਹ ਕਹਿੰਦੇ ਨੇ ਕਿ ਅਸੀਂ ਆਪਣੇ ਬੰਦਿਆਂ ਨੂੰ ਅਸੀਂ ਆਪ ਰਿਸਪੌਂਸਿਬਿਲਿਟੀ ਲੈਣ ਨੂੰ ਤਿਆਰ ਆ। ਤੁਸੀਂ ਜਿਹੜੇ ਵੱਡੇ ਕੁਆਰੰਟਾਈਨ ਸੈਂਟਰ ਰੱਖ ਦਿੱਤੇ ਆ, ਬਣਾ ਦਿੱਤੇ ਆ, ਉਹਦੇ 'ਚ ਹੁਣ ਜਿੱਦਾਂ 200 ਬੰਦਾ ਪਿਆ ਆ, ਉੱਥੇ ਬੰਦ ਇੰਤਜ਼ਾਮੀ ਤਾਂ ਹੋ ਗਈ। ਕਿਉਂਕਿ ਜਿਹੜੇ ਅਸੀਂ ਜਿੱਥੋਂ ਰੋਟੀ ਬਣਾਈ ਸੀ, ਲੰਗਰ ਉਹਨਾਂ ਦਾ ਬਣਾਇਆ ਸੀ, ਉਹ ਵੀ ਅੰਦਰ ਆਉਣ ਨੂੰ ਤਿਆਰ ਨਹੀਂ। ਸੋ ਹੁਣ ਹਰਜੋਤ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਹੁਣ ਤੁਸੀਂ ਉਹਨਾਂ ਨੂੰ ਘਰਾਂ 'ਚ ਸ਼ਿਫਟ ਕਰੋਗੇ, ਉਹਨਾਂ ਦੇ ਆਪੋ ਆਪਣੇ ਘਰਾਂ 'ਚ ਕੁਆਰੰਟਾਈਨ ਕੀਤਾ ਜਾਏਗਾ ਜਿਨ੍ਹਾਂ ਦੇ ਟੈਸਟ ਨੈਗੇਟਿਵ ਆਏ ਨੇ? ਘਰਾਂ 'ਚ ਨਹੀਂ ਸ਼ਿਫਟ ਕਰ ਰਹੇ ਅਸੀਂ, ਉਹਨਾਂ ਦੇ ਇੰਤਜ਼ਾਮ ਦੇ ਵਿੱਚ ਜਿੱਦਾਂ ਜੇ ਤਾਂ ਕਿਸੇ ਕੋਲੇ ਕੋਈ ਵੱਡੀ ਯੂਨੀਵਰਸਿਟੀ, ਕੋਈ ਵੱਡਾ ਕਾਲਜ ਆ, ਵੱਡੇ ਕਮਰੇ ਹੈਗੇ ਆ, ਤਾਂ ਉਹ ਉਦਾਂ ਦੇ ਕਰਾਂਗੇ। ਨਹੀਂ ਤਾਂ ਅਸੀਂ ਮੈਂ ਡਿਪਟੀ ਕਮਿਸ਼ਨਰ ਨਾਲ ਹੁਣੇ ਹੀ ਗੱਲ ਕੀਤੀ ਆ, ਅਸੀਂ ਪਹਿਲਾਂ ਟਰਾਇਲ ਦੇ ਤੌਰ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ। ਮੇਰੇ ਕੋਲ ਪਿੰਡਾਂ ਵਾਲਿਆਂ ਦੇ ਮੇਰੇ ਨਾਲ ਸੰਪਰਕ ਕਰ ਰਹੇ ਆ, ਉਹ ਕਹਿ ਰਹੇ ਆ ਕਿ ਸਾਡੇ ਪਿੰਡਾਂ ਦੇ 5-5 4-4 ਬੰਦੇ ਨੇ, ਇੱਕ ਪਿੰਡ ਦੇ 5-5 7-7 ਹੋਣਗੇ, ਉਹ ਸਾਨੂੰ ਦੇ ਦਿਓ, ਅਸੀਂ ਆਪੇ ਹੀ ਉਹਨਾਂ ਦਾ ਇੰਤਜ਼ਾਮ, ਉਹਨਾਂ ਨੂੰ ਚਾਹੇ ਅਸੀਂ ਗੁਰਦੁਆਰਾ ਸਾਹਿਬ 'ਚ ਰੱਖੀਏ, ਪੰਚਾਇਤ ਘਰ 'ਚ ਰੱਖੀਏ, ਪਰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਹਰਜੋਤ ਜੀ, ਇੱਕ ਗੱਲ ਦੀ ਸਮਝ ਨਹੀਂ ਆ ਰਹੀ। ਜਦੋਂ SGPC ਕਹਿ ਰਹੀ ਹੈ ਕਿ ਸਾਡੇ ਕੋਲੇ ਪੂਰੀ ਜਗ੍ਹਾ ਹੈਗੀ ਹੈ, ਅਟੈਚ ਬਾਥਰੂਮ ਵਾਲੇ ਕਮਰੇ ਨੇ, ਤਾਂ SGPC ਨੂੰ ਵੀ ਪ੍ਰਬੰਧ ਕਰ ਲੈਣ ਦਿਓ, ਉਹਨਾਂ ਨੂੰ ਰੱਖ ਲੈਣ ਦਿਓ। ਜੇ ਉਹ ਕਿਤੇ ਦਿੱਕਤ ਕੀ ਹੈ? ਨਹੀਂ, ਕੋਈ ਦਿੱਕਤ ਨਹੀਂ। ਕੱਲ ਮੇਰਾ ਖਿਆਲ ਹੈ ਕੋਈ ਨਾਮ ਨਹੀਂ ਲੈ ਰਿਹਾ ਹਰਜੋਤ ਜੀ, SGPC ਦੇ ਜਿਹੜੇ ਸਰਾਵਾਂ ਨੇ ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈ ਰਿਹਾ। SGPC ਟੈਲੀਵਿਜ਼ਨ ਦੇ ਉੱਤੇ ਹੀ ਜਾਂ ਇਹਨਾਂ ਦੇ ਉੱਤੇ ਫੇਸਬੁੱਕ ਦੇ ਉੱਤੇ ਕਹਿ ਰਹੀ ਹੈ, ਮੇਰੇ ਮੋਗੇ ਦੇ ਵਿੱਚ ਆਫਰ ਕਰਨ ਨਹੀਂ। ਉਹਨਾਂ ਨੇ ਚਿੱਠੀ ਲਿਖੀ ਹੈ, ਆਪਣੇ ਲੰਗੋਵਾਲ ਹੋਰਾਂ ਨੇ ਚਿੱਠੀ ਲਿਖੀ ਹੈ ਮੁੱਖ ਮੰਤਰੀ ਸਾਹਿਬ ਨੂੰ। ਅਸੀਂ ਉੱਥੇ ਜੇ ਮੇਰੇ ਜਿਹੜੇ ਮੋਗੇ ਵਾਲੇ ਆ, ਅਸੀਂ ਉਹਨਾਂ ਨੂੰ ਸ਼ਿਫਟ ਕਰਨ ਲਈ ਮੈਂ ਆਪਣੇ ਵੱਲੋਂ ਸਾਰਾ ਤਨਦੇਹੀ ਨਾਲ ਜ਼ੋਰ ਲਾਵਾਂਗੇ। ਜੇ ਉਹ ਪ੍ਰਬੰਧ ਹੈਗੇ ਆ, ਤੁਸੀਂ ਬਣੇ ਰਹਿਣਾ। ਪਹਿਲੀ ਸਟੇਜ ਦੇ ਉੱਤੇ ਮੈਂ ਇਹੀ ਕਰਨ ਲੱਗਿਆ ਕਿ ਜਿਹੜੇ ਪਿੰਡਾਂ ਵਾਲੇ ਮੰਗ ਰਹੇ ਆ, ਅਸੀਂ 2 ਪਿੰਡ ਪਹਿਲਾਂ ਟ੍ਰਾਇਲ ਸੇਕ ਤੇ ਕਰਨ ਲੱਗੇ ਆ, ਜਿੱਥੇ GOG ਦੀ ਡਿਊਟੀ ਹੋਊਗੀ, ਨਾਲ ਸਰਕਾਰੀ ਮੁਲਾਜ਼ਮ ਹੋਣਗੇ। ਤੁਸੀਂ ਬਣੇ ਰਹਿਣਾ ਹਰਜੋਤ ਜੀ ਸਾਡੇ ਨਾਲ। ਚਰਨਜੀਤ ਬਰਾੜ ਫੋਨ ਲਾਈਨ ਤੇ ਜੁੜੇ ਨੇ, ਅਮਨ ਅਰੋੜਾ ਵੀ ਜੁੜੇ ਨੇ। ਚਰਨਜੀਤ ਬਰਾੜ ਸਾਹਿਬ, ਪਹਿਲਾਂ ਤੁਹਾਡੇ ਤੋਂ ਤੁਸੀਂ ਸੁਣਿਆ ਹੋਣਾ ਹਰਜੋਤ ਕਮਲ ਜੀ ਨੇ ਹਾਲਾਂਕਿ ਮੰਨ ਰਹੇ ਨੇ ਵੀ ਹਾਂ ਇੰਤਜ਼ਾਮ ਜਿਹੜੇ ਨੇ ਉਹਨਾਂ ਦੇ ਵਿੱਚ ਤਰੁੱਟੀਆਂ ਆਈਆਂ ਨੇ, ਕਮੀਆਂ ਆਈਆਂ ਨੇ, ਪਰ ਹੁਣ ਅਸੀਂ ਇਹਨਾਂ ਨੂੰ ਦਰੁਸਤ ਕਰਾਂਗੇ। ਔਰ ਇੱਕ ਗੱਲ ਇਹਨਾਂ ਨੇ ਹੋਰ ਕਹੀ ਹੈ ਕਿ SGPC ਜਾਂ ਅਕਾਲੀ ਦਲ ਜਿਹੜੀ ਬਿਆਨਬਾਜ਼ੀ ਕਰ ਰਿਹਾ ਉਹ TV ਤੇ ਜਾਂ ਫੇਸਬੁੱਕ ਤੇ ਕਰ ਰਿਹਾ ਹੈ, ਉਹਨਾਂ ਨੇ ਸਾਹਮਣੇ ਆ ਕੇ ਕੋਈ ਐਫਰਟ ਨਹੀਂ ਕੀਤਾ। ਜੇ ਮੋਗੇ ਦੇ ਵਿੱਚ ਤੁਸੀਂ ਦੇਣ ਨੂੰ ਤਿਆਰ ਹੋ ਤਾਂ ਉਹ ਕਹਿੰਦੇ ਮੈਂ ਪਹਿਲਾਂ ਇਹਦੇ 'ਚ ਇਨੀਸ਼ੀਏਟਿਵ ਲਊਂਗਾ ਉਹਨਾਂ ਨੂੰ SGPC ਦੇ ਜਾਂ ਸਰਾਵਾਂ 'ਚ ਜਾਂ ਗੁਰਦੁਆਰਾ ਸਾਹਿਬਾਨਾਂ 'ਚ ਸ਼ਿਫਟ ਕਰਨ ਦਾ। ਪਹਿਲੀ ਗੱਲ ਤਾਂ ਮੇਰੀ ਇੱਕ ਬੇਨਤੀ ਹੈ ਕਿ ਸਾਰੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ, ਲੌਂਗੋਵਾਲ ਸਾਹਿਬ ਨੇ, ਪ੍ਰਧਾਨ ਸਾਹਿਬ ਨੇ ਖੁਦ ਫੋਨ ਕੀਤੇ ਆ, ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ। ਮੈਂ MLA ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਵੀ ਗੁਰਦੁਆਰਾ ਨੇੜੇ ਹੈਗਾ, ਸਾਰੇ ਮੈਨੇਜਰਾਂ ਨੂੰ ਮੈਂ ਫੋਨ ਕੱਟਣ ਤੋਂ ਬਾਅਦ ਫੋਨ ਕਰਨ ਲੱਗਿਆ ਕਿ MLA ਸਾਹਿਬ ਨਾਲ ਗੱਲ ਕਰੋ, ਜਿੱਥੇ ਜਿੰਨੇ ਕਮਰੇ ਆ MLA ਸਾਹਿਬ ਨੂੰ ਦੱਸ ਦਿਓ, ਤੇ ਤੁਰੰਤ MLA ਸਾਹਿਬ ਗੱਡੀਆਂ ਦਾ ਇੰਤਜ਼ਾਮ ਕਰਕੇ ਤੇ ਉਹ ਸੰਗਤ ਨੂੰ ਉਹਨਾਂ ਗੁਰਦੁਆਰਿਆਂ 'ਚ ਪਹੁੰਚਾਉਣ। ਇਹ ਮੇਰੀ ਸ਼ੋਰਟੀ, ਔਰ ਮੈਂ ਤੁਹਾਡੇ ਚੈਨਲ ਤੇ ਸਾਰੇ ਪੰਜਾਬ ਦੇ, ਭਾਵੇਂ ਕੋਈ ਕਾਂਗਰਸ ਦਾ ਵੀਰ ਹੈ, ਭਾਵੇਂ ਕੋਈ ਵੀ ਹੈ, ਜੇ ਕਿਤੇ SGPC ਦੇ ਪ੍ਰਬੰਧ ਦੀ ਲੋੜ ਹੈਗੀ ਹੈ, ਕਿਉਂਕਿ ਮੈਂ ਕੋਆਰਡੀਨੇਟ ਵਿੱਚ ਪਾਰਟੀ ਵੱਲੋਂ ਵੀ ਕਰਦਾ, ਜਿੱਥੇ ਪ੍ਰਧਾਨ ਸਾਹਿਬ ਕੁਦਰਤੀ ਉਹਨਾਂ ਨਾਲ ਹਾਦਸਾ ਘਰ 'ਚ ਧਰਮ ਪਤਨੀ ਸਾਹਿਬਾ ਗੁਜ਼ਰ ਗਏ ਹੈ, ਤਾਂ ਮੈਂ ਹਰ ਹਾਲਤ ਦੇ ਵਿੱਚ ਮੈਂ ਤੁਹਾਡੇ ਜ਼ਰੀਏ ਦੱਸੂਗਾ ਕਿ ਮੇਰਾ ਟੈਲੀਫੋਨ ਨੰਬਰ ਮੇਰੇ ਪੇਜ ਤੇ ਵੀ ਹੈਗਾ, ਜੇ ਤੁਸੀਂ ਨਸ਼ਰ ਕਰਨਾ ਚਾਹੋ ਤੁਸੀਂ ਵੀ ਕਰ ਸਕਦੇ ਹੋ, ਜਿਹੜਾ ਮਰਜ਼ੀ ਕੰਟੈਕਟ ਕਰ ਸਕਦਾ। ਰਾਤ ਨੂੰ 2 ਵਜੇ ਵੀ ਜੇ ਕੋਈ ਸਰਾਂ ਖਲਾਉਣੀ ਪਈ, ਉਹ ਸਾਡੀ ਜ਼ਿੰਮੇਵਾਰੀ ਹੈ। ਔਰ ਮੈਂ ਅੱਜ ਸਾਡੀ ਪਾਰਟੀ ਦਾ ਬਿਆਨ ਵੀ ਆ ਗਿਆ, ਅਗਰ ਸਰਕਾਰ ਤੋਂ ਇਹ ਲੋਕ ਨਹੀਂ ਸੰਭਲਦੇ, ਭਾਵੇਂ ਉਹਨਾਂ ਦਾ ਮੈਡੀਕਲ ਤੌਰ ਤੇ ਹੈ, ਭਾਵੇਂ ਖਾਣੇ ਦੇ ਤੌਰ ਤੇ ਹੈ, ਅਸੀਂ ਸਾਰਾ ਕੁਝ ਪਾਰਟੀ ਤੇ SGPC ਵੱਲੋਂ ਸੰਭਾਲਣ ਨੂੰ ਤਿਆਰ ਹੈ, ਜੇ ਸਰਕਾਰ ਦੇ ਹੱਥ ਖੜੇ। ਜਿਸ ਤਰ੍ਹਾਂ ਇੱਕ ਵਾਰੀ ਹਰਜੋਤ ਕਮਲ ਜੀ ਨਾਲ ਜੁੜੇ ਹੋਏ ਨੇ, ਵਿਜੇਪਾਲ ਜੀ ਪੂਰੀ ਗੱਲ ਕਰ ਲੈਂਦੇ ਹੋ, ਕਿਰਪਾ ਕਰਕੇ ਪੂਰੀ ਗੱਲ ਕਰ ਲੈਂਦੇ ਹੋ। ਇਸੇ ਤਰ੍ਹਾਂ ਸਿਹਤ ਮੰਤਰੀ ਸਾਹਿਬ ਨੇ ਹੱਥ ਖੜੇ ਕੀਤੇ ਹੈ। ਹਰਜੋਤ ਕਮਲ ਜੀ ਨੇ ਇੱਕ ਗੱਲ ਕਹੀ ਹੈ, ਟ੍ਰਾਇਲ ਕਰੀ ਜਾਂਦੇ ਆ। ਕੀ ਸਾਡੇ ਇਹ ਜਿਹੜੇ 70 65 50 ਸਾਲ ਦੀਆਂ ਸਾਡੀਆਂ ਮਾਤਾਵਾਂ ਤੇ ਬਜ਼ੁਰਗ ਨੇ, ਕੀ ਇਹ ਟ੍ਰਾਇਲ ਕਰਨ ਨੂੰ ਨੇ? ਮੈਂ ਰੈਲੀਆਂ ਕਰਾਉਂਦਾ ਰਿਹਾ, ਹਰਜੋਤ ਕਮਲ ਜੀ ਵੀ ਕਰਾਉਂਦੇ ਰਹੇ ਹੋਣੇ, 2000 ਬੱਸਾਂ ਦੀ ਰੈਲੀ ਕਰਾਈ ਹੈ।
ਪਤਾ ਹੁੰਦਾ ਸੀ ਸੀਤੋ ਗੁੰਨੋਂ ਦੇ ਪਿੰਡ ਦਾ ਨਾਲ ਦਾ ਕੰਦੂ ਖੇੜੇ ਤੋਂ ਜਿਹੜੀ 40-83 ਬੱਸ ਚੱਲੀ ਹੈ ਉਹਨੇ ਕਿਹੜੀ ਪਾਰਕਿੰਗ 'ਚ ਖੜਨਾ ਹੈ। ਕੀ ਸਰਕਾਰ ਐਡੀ ਗਈ ਗੁਜ਼ਰ ਗਈ ਕਿ ਕੁੱਲ 80 ਬੱਸਾਂ ਦਾ ਇੰਤਜ਼ਾਮ ਨਹੀਂ ਕਰ ਸਕੀ ਕਿ ਕਿੱਥੇ ਠਹਿਰਾਉਣੀਆਂ ਸੀ। ਅੱਜ ਫਿਰੋਜ਼ਪੁਰ ਦੇ ਵਿੱਚ ਕਾਲਜ 'ਚ ਬੈਠੇ ਬੰਦੇ ਚੀਕਾਂ ਮਾਰੀ ਜਾਂਦੇ ਆ, ਉੱਥੋਂ 10 ਕਿਲੋਮੀਟਰ ਦੇ ਨਾਲ ਸਾਡਾ ਉਹੀ ਗੱਲ ਕਰ ਰਹੇ ਹਾਂ ਨਾ ਜੀ, ਅਸੀਂ ਉਹੀ ਗੱਲ ਕਰ ਰਹੇ ਹਾਂ ਬਰਾੜ ਸਾਹਿਬ, ਉਹੀ ਗੱਲ ਕਰ ਰਹੇ ਹਾਂ। ਮੈਂ ਇੱਕ ਵਾਰੀ ਜਿਹੜੀ ਤੁਸੀਂ ਮੋਗੇ ਵਾਲੀ ਗੱਲ ਕੀਤੀ ਹੈ ਨਾ, ਪਹਿਲਾਂ ਇਹ ਮਸਲਾ ਨਿਪਟਾ ਲਈਏ। ਹਰਜੋਤ ਕਮਲ ਜੀ, ਚਰਨਜੀਤ ਬਰਾੜ ਹੋਰਾਂ ਨੇ, ਮੈਂ ਬਾਕੀ ਗੱਲਾਂ ਤੇ ਬਾਅਦ ਚ ਆਊਂਗਾ, ਪਹਿਲੀ ਗੱਲ ਉਹ ਇਹ ਕਹਿ ਰਹੇ ਹੈ ਕਿਉਂਕਿ ਇਸ ਵੇਲੇ ਮਸਲਾ ਸ਼ਰਧਾਲੂਆਂ ਦਾ, ਉਹਨਾਂ ਨੂੰ ਦਿੱਕਤਾਂ ਆ ਰਹੀਆਂ, ਸੋ ਹਰ ਕਿਸੇ ਦਾ ਫਰਜ਼ ਬਣਦਾ ਕਿ ਪਹਿਲਾਂ ਉਹਨਾਂ ਦੀਆਂ ਦਿੱਕਤਾਂ ਨੂੰ ਦੂਰ ਕਰੀਏ। ਉਹ ਕਹਿ ਰਹੇ ਆ ਤੁਹਾਡੇ ਆਸ-ਪਾਸ ਕੋਈ ਗੁਰਦੁਆਰਾ ਸਾਹਿਬ, ਕੋਈ SGPC ਦੀ ਸਰਾਂ, ਤੁਹਾਡੇ ਤਾਂ ਤੁਸੀਂ MLA ਉਸ ਇਲਾਕੇ ਦੇ ਮਾਰ ਕੀਤੀਆਂ ਹੋਣੀਆਂ ਜਗ੍ਹਾ ਵੀ ਇੱਥੇ ਹੈਗੀਆਂ। ਉਹ ਕਹਿੰਦੇ ਮੈਂ ਤੁਰੰਤ ਫੋਨ ਕਰਦਾ ਕੱਟ ਕੇ, ਸਾਰੇ ਤੁਹਾਡੇ ਨਾਲ ਕੰਟੈਕਟ ਕਰਨਗੇ ਜਿਹੜੇ ਸਰਾਂ ਦੇ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰ ਨੇ, ਜਿਹੜੇ ਇੰਚਾਰਜ ਨੇ। ਮਿਹਰਬਾਨੀ ਜੀ ਜੀ। ਸੋ ਤੁਸੀਂ ਤਿਆਰ ਹੋ ਇਸ ਦੇ ਲਈ? ਜੇ ਉਹ ਗੁਰਦੁਆਰਾ ਸਾਹਿਬਾਨ ਜਿੰਨੇ ਕਮਰੇ ਨੇ ਉਹ ਖੋਲ ਦਿੰਦੇ ਆ, ਔਰ ਸ਼ਰਧਾਲੂ ਵੀ ਮੈਨੂੰ ਲੱਗਦਾ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜ਼ਿਆਦਾ ਉਹ ਚਾਹਵਾਨ ਹੋਣਗੇ ਜਾਣਦੇ ਕਿ ਅਸੀਂ ਘੱਟੋ ਘੱਟ ਉੱਥੇ ਤਾਂ ਰਹੀਏ। ਜਿਵੇਂ ਮੈਂ ਤੁਹਾਡੇ ਨਾਲ ਹੁਣੇ ਹੀ ਗੱਲ ਕੀਤੀ ਹੈ ਕਿ ਜਿਹੜੇ ਪਹਿਲਾਂ ਕੁਆਰੰਟਾਈਨ ਕੀਤੇ ਹੋਏ ਆ ਉਹਨਾਂ ਨੂੰ ਟ੍ਰਾਇਲ ਸੇਕ ਤੇ ਮੈਂ ਹੁਣੇ ਡਿਪਟੀ ਕਮਿਸ਼ਨਰ ਜੀ ਨਾਲ ਗੱਲ ਕੀਤੀ ਹੈ, ਔਰ ਉਹਨਾਂ ਨਾਲ ਇਹੀ ਗੱਲ ਹੋਈ ਹੈ ਕਿ ਆਪਾਂ ਜੇ ਤੁਹਾਨੂੰ ਕੋਈ ਸ਼ੱਕ ਲੱਗਦਾ ਜਾਂ ਕੋਈ ਤੁਹਾਨੂੰ ਡਰ ਲੱਗਦਾ ਕਿ ਬਾਹਰ ਨਾ ਫੈਲੇ, ਆਪਾਂ ਪਹਿਲਾਂ ਸਿਰਫ 2 ਪਿੰਡ ਲੈ ਲਈਏ ਟ੍ਰਾਇਲ ਸੇਕ ਤੇ, ਜੇ ਉੱਥੇ ਤੁਹਾਨੂੰ ਲੱਗਿਆ ਵੀ ਸਾਰਾ ਕੁਝ ਠੀਕ ਠਾਕ ਹੈ ਤੇ ਆਪਾਂ ਫਿਰ ਅੱਗੋਂ ਚੱਲੀਏ। ਇਹ ਵੀ ਜਿਹੜੀ ਇਹ ਗੱਲ ਕਹਿੰਦੇ ਨੇ, ਮੇਰੇ ਤੱਕ ਕੋਈ ਵੀ ਜੇ ਇਦਾਂ ਦੀ ਗੱਲ ਆਉਂਦੀ ਹੈ ਤਾਂ ਮੈਂ ਆਪਣੇ ਪ੍ਰਸ਼ਾਸਨ ਨੂੰ ਮਨਾ ਲੂੰਗਾ ਇਸ ਗੱਲ ਤੇ। ਆਪਾਂ ਟ੍ਰਾਇਲ ਸੇਕ ਤੇ ਇੱਕ ਅੱਧੇ ਤੋਂ ਸ਼ੁਰੂ ਕਰਕੇ ਵਿਦਨ ਡੇਜ਼ ਹੀ ਆਪਾਂ ਸਾਰਿਆਂ ਤੇ ਕਰ ਦਿੰਨੇ ਆ। ਇਹ ਤਾਂ ਬਹੁਤ ਅੱਛੀ ਗੱਲ ਹੈ ਜੀ, ਜੇ ਕੋਈ ਸਾਂਭ ਲਏ ਤਾਂ। ਬਰਾੜ ਸਾਹਿਬ ਫੋਨ ਤੇ ਜ਼ਰੂਰ ਟਾਈ ਅਪ ਕਰਨਾ। ਮੈਂ ਕਿਹਾ ਜੀ ਮੈਂ ਨਾਲ ਦੇ 2-3 ਮੈਨੇਜਰਾਂ ਨੂੰ ਕਹਿਣਾ ਇਹਨਾਂ ਨੂੰ। ਨਹੀਂ, ਮੈਂ ਕਰ ਲੂੰਗਾ ਟਾਈ ਅਪ। ਮੈਨੂੰ ਦੱਸ ਦਿਓ ਕਿਹੜੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਕਿਸ ਬੰਦੇ ਨਾਲ ਕਰਨਾ, ਮੈਂ ਕਰ ਲੂੰਗਾ, ਕੋਈ ਪ੍ਰੋਬਲਮ ਨਹੀਂ। ਅਸੀਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ, ਇਹਦੇ ਚ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਹੈਗੀ। ਮੇਰੀ ਬੇਨਤੀ ਹੈ MLA ਸਾਹਿਬ, ਤੁਸੀਂ ਸਰਕਾਰ ਹੋ, ਰੱਬ ਤੋਂ ਬਾਅਦ ਜੇ ਕੋਈ ਤਾਕਤਵਰ ਚੀਜ਼ ਹੁੰਦੀ ਹੈ ਤੇ ਉਹ ਸਰਕਾਰ ਹੁੰਦੀ ਹੈ। ਅੱਜ ਤੁਹਾਡੇ ਮੋਗੇ ਦਾ ਹੀ ਮਸਲਾ, ਮੇਰੇ ਕੋਲੇ ਰੋ ਕੇ ਪਿੱਟ ਕੇ ਉੱਥੋਂ ਲੇਡੀਜ਼ ਨੇ ਫੋਨ ਕੀਤੇ ਵੀਡੀਓ ਕਾਲ, ਔਰ ਕਿਹਾ ਕਿ 5 ਦਿਨ ਪਹਿਲਾਂ ਸਾਨੂੰ ਜਿਹੜਾ ਹੈਗਾ ਨੈਗੇਟਿਵ ਕਰਾਰ ਦਿੱਤਾ ਤਾਂ ਦੇ ਦਿੱਤਾ ਗਿਆ, ਅੱਜ ਸਾਨੂੰ ਘਰਾਂ ਚੋਂ ਚੈੱਕ ਲਿਆਂਦਾ, ਕਹਿੰਦੇ ਪੋਜ਼ਿਟਿਵ ਆ ਗਏ। ਉਹ ਕਹਿੰਦੇ 2 ਰਿਪੋਰਟਾਂ ਸਾਡੀਆਂ ਲਈਆਂ ਹੀ ਨਹੀਂ ਤੇ ਲਹਿਦਾ ਰਿਪੋਰਟ ਕਿਵੇਂ ਹੋਗੀ? ਇੱਕ ਗੱਲ, ਇੱਕ ਦਾ 8 ਸਾਲ ਦਾ ਬੱਚਾ, ਇੱਕ ਦਾ 7 ਸਾਲ ਦਾ ਬੱਚਾ, ਉਹ ਰੋਈ ਜਾਣ, ਕਹਿੰਦੇ ਬੱਚਿਆਂ ਨੂੰ ਸਾਡੇ ਤੋਂ ਲਹਿਦਾ ਕਰ ਦਿੱਤਾ। ਉਹ ਕਹਿੰਦੇ ਜੇ ਸਾਨੂੰ ਕਰੋਨਾ ਹੋਇਆ ਹੈ ਤੇ ਬੱਚਿਆਂ ਨੂੰ ਵੀ ਨਾਲ ਹੋਏਗਾ ਹੀ, ਤੇ ਫਿਰ ਸਾਨੂੰ ਜੋ ਹੋਊਗਾ ਪ੍ਰਮਾਤਮਾ ਤੇ ਛੱਡੋ, ਸਾਨੂੰ ਬੱਚਿਆਂ ਨਾਲ ਤਾਂ ਰਹਿ ਲੈਣ ਦਿਓ। ਇਸ ਕਿਸਮ ਦੀ ਨਲਾਇਕੀ ਪ੍ਰਸ਼ਾਸਨ ਦੀ ਪਹਿਲੀ ਵਾਰ ਦੇਖ ਰਹੇ ਹਾਂ ਵਿਜੇਪਾਲ ਜੀ। ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਹੈ, ਔਰ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਸਾਰੇ ਕਾਂਗਰਸ ਦੇ, ਜਿਵੇਂ ਹੁਣ ਰਾਣਾ ਗੁਰਜੀਤ ਜੀ ਨੇ ਮਾਫੀ ਮੰਗੀ ਹੈ, ਸਿਹਤ ਮੰਤਰੀ ਨੇ ਮਾਫੀ ਮੰਗੀ ਹੈ, ਕੱਲ ਨੂੰ ਇਹਨਾਂ ਨੂੰ ਜਿਵੇਂ ਉਹ ਹਰਮੰਦਰ ਗਿੱਲ ਜੀ ਜੂਸ ਪਿਉਣਗੇ ਤੇ WhatsApp ਚੱਲੇ। ਮੈਂ ਉਹਨਾਂ ਗੱਲਾਂ ਬਾਤਾਂ 'ਚ ਨਹੀਂ ਜਾਣਾ ਚਾਹੁੰਦਾ ਬਰਾੜ ਸਾਹਿਬ। ਇਸ ਵੇਲੇ ਮਸਲਾ ਦੇਖੋ ਇਸ ਵੇਲੇ ਜਿਹੜਾ ਮਸਲਾ ਹੈ ਉਹ ਫਿਲਹਾਲ ਉਹਨਾਂ ਨੂੰ ਸਹੂਲਤਾਂ, ਉਹ ਤਾਂ ਸਰਕਾਰ ਕਮੀ ਮੰਨ ਰਹੀ ਹੈ, ਉਹ ਤਾਂ ਮੰਨ ਰਹੇ, ਹਰਜੋਤ ਕਮਲ ਜੀ ਵੀ ਮੰਨ ਰਹੇ ਆ ਵੀ ਹਾਂ ਕਮੀ ਰਹੀ ਹੈ, ਪਰ ਹੁਣ ਆਪਾਂ ਉਹਨਾਂ ਨੂੰ ਦਰੁਸਤ ਕਰਨ ਵੱਲ ਵਧੀਏ ਨਾ। ਆਪਾਂ ਹੁਣ ਜੇ ਐਸੇ ਤਰੀਕੇ ਨਾਲ ਹੀ ਲੜੀ ਜਾਵਾਂਗੇ ਤਾਂ ਅਮਨ ਅਰੋੜਾ ਸਾਡੇ ਨਾਲ ਜੁੜੇ ਹੋਏ ਨੇ ਕਾਫੀ ਦੇਰ ਦੇ। ਮੈਂ ਅਮਨ ਅਰੋੜਾ ਤੋਂ ਇੱਕ ਸਵਾਲ ਜ਼ਰੂਰ ਲੈਣਾ ਚਾਹੂੰਗਾ। ਅਮਨ ਜੀ, ਤੁਸੀਂ ਇਸ ਪੂਰੇ ਮਾਹੌਲ ਨੂੰ, ਤੁਹਾਡੇ ਆਸ-ਪਾਸ ਤੁਹਾਡੇ ਇਲਾਕੇ ਦੇ ਵਿੱਚ ਵੀ ਹੋਣਗੇ ਜਿਹੜੇ ਆਏ ਵੇ ਨੇ ਸ਼ਰਧਾਲੂ, ਤੁਸੀਂ ਵੀ ਉਹਨਾਂ ਨੂੰ ਲੈ ਕੇ ਕੋਈ ਕੋਸ਼ਿਸ਼ ਕਰ ਰਹੇ ਹੋ ਵੀ ਇਹਨਾਂ ਦਾ ਕੋਈ ਇਹਨਾਂ ਨੂੰ ਸਹੂਲਤਾਂ ਪੂਰੀਆਂ ਮਿਲਣ ਜਾਂ ਕੋਈ ਮਸਲਾ ਹੱਲ ਹੋਵੇ? ਜਿਹੜੀਆਂ ਕੋਸ਼ਿਸ਼ਾਂ ਨੇ ਇਹ ਕਿਉਂਕਿ ਪੂਰੀ ਮਾਨਵਤਾ ਦੀ ਆਪਣੇ ਸਾਰਿਆਂ ਦੇ ਫਰਜ਼ ਬਣਦਾ। ਮੈਂ ਤੁਸੀਂ ਕਿਹਾ ਵੀ ਮੇਰੇ ਆਸ-ਪਾਸ ਮੇਰੇ ਫਾਦਰ ਦੇ ਨਾਮ ਦੇ ਉੱਪਰ ਬਣਾਇਆ ਹੋਇਆ ਹਸਪੀਟਲ ਹੈ ਭਗਵਾਨ ਦਾਸ ਥੋੜਾ ਮੈਮੋਰੀਅਲ ਹਸਪੀਟਲ ਸੁਨਾਮ ਦੇ ਵਿੱਚ। ਜਿਸ ਦਿਨ ਕਰੋਨਾ ਸ਼ੁਰੂ ਹੋਇਆ ਉਸ ਦਿਨ ਮੈਂ ਡਿਪਟੀ ਕਮਿਸ਼ਨਰ ਸੰਗਰੂਰ ਕੋਲ ਜਾ ਕੇ ਸਾਰਾ ਹਸਪੀਟਲ, ਸਾਰੀਆਂ ਮੈਡੀਕਲ ਫੈਸਿਲਿਟੀਜ਼ ਗਵਰਨਮੈਂਟ ਨੂੰ ਟੇਕ ਓਵਰ ਕਰਵਾ ਕੇ, ਤੇ ਅੱਜ 3 ਦਿਨ ਹੋ ਗਏ ਸਾਡੇ ਕੋਲ 51 ਸ਼ਰਧਾਲੂ ਨੇ ਜਿਹੜੇ ਹਜ਼ੂਰ ਸਾਹਿਬ ਤੋਂ ਉਹ ਆਏ ਹੋਏ ਨੇ। ਉਹਨਾਂ ਦੇ ਰਹਿਣ ਸਹਿਣ ਦਾ, ਉਹਨਾਂ ਦੇ ਖਾਣ ਪੀਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੈ, ਉਹ ਸਾਡੀ ਜ਼ਿੰਮੇਵਾਰੀ ਹੈ, ਔਰ ਅਸੀਂ ਉਹਦੇ ਪੂਰੀ ਤਨਦੇਹੀ ਨਾਲ ਵਧੀਆ। ਔਰ ਕੱਲ੍ਹ SG ਮੈਡਮ ਉੱਥੇ ਹੋ ਕੇ ਵੀ ਆਏ ਨੇ, ਉਹਨਾਂ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਹੈ ਕਿ ਹਾਂ ਬੜੇ ਵਧੀਆ ਇੰਤਜ਼ਾਮਾਤ ਨੇ। ਜੇ ਸਰਕਾਰ ਨੂੰ ਨਹੀਂ ਸਮਝ ਆ ਰਿਹਾ ਹੈਗਾ ਵੀ ਕਿਵੇਂ ਕੁਆਰੰਟਾਈਨ ਕਰਨਾ ਹੈ ਲੋਕਾਂ ਨੂੰ, ਤੇ ਉਹ ਮੇਰੇ ਕੋਲ ਆ ਜਾਣ, ਮੈਂ ਆਪਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਜ਼ ਐਗਜ਼ਾਮਪਲ ਦਿਖਾ ਦੂੰਗਾ। ਵਿਜੇ ਜੀ, ਗੱਲ ਪਤਾ ਕੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਲਿਆਉਣ ਦੇ ਵਿੱਚ, ਫਿਰ ਫੰਡ ਦੇ ਵਿੱਚ, ਤੇ ਹੁਣ ਆ ਨਵੀਂ ਰਾਜਨੀਤੀ ਜਿਹੜੀ ਉਹ ਸ਼ੁਰੂ ਹੋ ਗਈ। ਮੈਂ ਸਮਝਦਾ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਪਰ ਡੈਫੀਨੇਟਲੀ ਹੈ ਸਰਕਾਰ ਕਿਤੇ ਇਲ ਪ੍ਰੀਪੇਅਰਡ ਜ਼ਰੂਰ ਨਜ਼ਰ ਆਉਂਦੀ ਹੈ। ਜਦੋਂ ਇਹ ਚੀਜ਼ਾਂ ਹੁਣ ਮੇਰੇ ਭਰਾ ਨੇ
ਡਾਕਟਰ ਹਰਜੋਤ ਕਮਲ ਜੀ ਸਾਡੇ ਮੇਰੇ ਕੁਲੀਗ ਨੇ, ਬਹੁਤ ਸਤਿਕਾਰ ਕਰਦਾ ਇਹਨਾਂ ਦਾ, ਔਰ ਇਹਨਾਂ ਦੇ ਆਪਦੇ ਹਲਕੇ ਵਾਸਤੇ ਆਪਦੇ ਇਲਾਕੇ ਵਾਸਤੇ ਕੰਸਰਨ ਵੀ ਜੈਨੂਇਨ ਨੇ। ਪਰ ਇਹ ਗੱਲਾਂ ਕਹਿਣੀਆਂ ਕਿ ਟਰਾਇਲ ਹੁਣ ਇੰਨੇ ਹਾਲਾਤਾਂ ਦੇ ਵਿੱਚ ਜਦ 45 ਦਿਨ ਹੋ ਗਿਆ, ਆਪਾਂ 1.5 ਮਹੀਨਾ ਹੋ ਗਿਆ ਲੜਦੇ ਹਾਂ, ਸੈਂਟਰ ਗਵਰਨਮੈਂਟ ਦੇ SOP ਦੇ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਨੇ ਜਿਹੜੇ ਉਹ ਵੈਲ ਇਨ ਪਲੇਸ, ਬਿਲਕੁਲ ਬਿਲਕੁਲ ਤੁਹਾਡਾ ਦਰੁਸਤ ਮੇਰੇ 2 ਮਿੰਟ ਪੂਰੀ ਕਰ ਲਓ। ਤੁਸੀਂ ਇਹ ਦੇਖੋ ਕਿ ਆਪਾਂ ਕਹੀਏ ਵੀ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਸ਼ਰਧਾਲੂ ਜਾਂ ਜਿਹੜਾ ਵੀ ਵਿਅਕਤੀ ਨੂੰ ਕੁਆਰੰਟਾਈਨ ਕੀਤਾ ਗਿਆ ਹੈ, ਪੰਜਾਬ ਦੇ ਵਿੱਚ ਇੰਨੇ ਹਸਪੀਟਲ ਨੇ, ਇੰਨੇ ਗੁਰੂ ਘਰ ਨੇ ਜਿਹੜੇ ਸਾਂਭਣ ਨੂੰ ਤਿਆਰ ਨੇ, ਉਹਨਾਂ ਦੀਆਂ ਸਰਾਵਾਂ ਨੇ, ਇੰਨੇ ਤੁਹਾਡੇ ਕੋਲ ਧਰਮਸ਼ਾਲਾਵਾਂ ਹੋਣਗੀਆਂ, ਇੰਨੇ ਤੁਹਾਡੇ ਕੋਲ ਉਹੀ ਗੱਲ ਕਰ ਰਹੇ ਆ ਨਾ ਉਹੀ ਗੱਲ ਕਰ ਰਹੇ ਆ ਵੀ ਗੱਲ ਫਿਰ ਮੁੜ ਕੇ ਉੱਥੇ ਆ ਜਾਂਦੀ ਹੈ ਦੇ ਵਿੱਚ ਠਹਿਰਾਇਆ ਜਾ ਰਿਹਾ ਹੈ। ਕੀ ਦਿੱਕਤ ਹੈ? ਇਹ ਸਰਕਾਰ ਇਨਪ੍ਰੀਪੇਅਰਡ ਹੈ ਜੀ। ਖੱਬੇ ਹੱਥ ਨੂੰ ਕੁੱਲ ਮਿਲਾ ਕੇ ਡਾਕਟਰ ਹਰਜੋਤ ਕਮਲ ਜੀ, ਕੁੱਲ ਮਿਲਾ ਕੇ ਸਵਾਲ ਇਹ ਹੈ ਵੀ ਤੁਸੀਂ ਟਰਾਇਲ ਦੀ ਗੱਲ ਕਰ ਰਹੇ ਹੋ ਕਿ ਅਸੀਂ ਟਰਾਇਲ ਬੇਸਿਸ ਤੇ ਉਹਨਾਂ ਨੂੰ ਭੇਜ ਦਿੰਦੇ ਆ, ਉਹਨਾਂ ਦਾ ਤਾਂ ਘੰਟਾ ਨਿਕਲਣਾ ਮੁਸ਼ਕਿਲ ਹੋਇਆ ਪਿਆ ਜੀ। ਆਪਾਂ ਟਰਾਇਲ ਕਿਸ ਤਰੀਕੇ ਨਾਲ 1 ਦਿਨ ਦਾ ਟਰਾਇਲ ਕਰਾਂਗੇ, 2 ਤਾਂ ਵਿਚਾਰੇ 1 ਘੰਟਾ ਤੱਕ ਨਹੀਂ ਨਿਕਲਦਾ ਜਿਨ੍ਹਾਂ ਦੇ ਕੋਲੇ ਸਹੂਲਤਾਂ ਦੀਆਂ ਕਮੀਆਂ ਨੇ ਜਾਂ ਜਿਨ੍ਹਾਂ ਨੂੰ ਚੱਜ ਨਾਲ ਖਾਣ ਦਾ ਰਾਸ਼ਨ ਨਹੀਂ ਮਿਲ ਰਿਹਾ। ਤੇ ਰਾਸ਼ਨ ਨਹੀਂ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ, ਇਸ ਗੱਲ ਨਾਲ ਮੈਂ ਬਿਲਕੁਲ ਵੀ 1% ਵੀ ਸਹਿਮਤ ਨਹੀਂ। ਜੇ ਮੈਂ ਕਿਸੇ ਗੱਲ ਨਾਲ ਸਹਿਮਤ ਹਾਂ, ਮੇਰੀ ਬੇਨਤੀ ਸੁਣ ਲਓ। ਹੁਣ ਇੱਕ ਮਿੰਟ ਕਹਿ ਰਹੇ ਨੇ ਜੀ ਜਿਹੜੇ ਸਾਹਮਣੇ ਆਪਾਂ ਤਾਂ ਉਹੀ ਗੱਲ ਕਰ ਰਹੇ ਹਾਂ। ਤੁਸੀਂ ਮੇਰੀ 1 ਮਿੰਟ ਹੁਣ ਸੁਣ ਲਓ ਜੀ। ਮੈਂ ਤੁਹਾਡੇ ਨਾਲ ਸਿਰਫ ਇਸ ਗੱਲ ਤੇ ਸਹਿਮਤ ਹਾਂ ਕਿ ਜ਼ਿਆਦਾ ਬੰਦੇ ਰੱਖੇ ਗਏ ਆ ਉੱਥੇ, ਪ੍ਰੋਪਰਲੀ ਉਹ ਕਮਰੇ ਤੇ ਉਹ ਨਹੀਂ ਅਸੀਂ ਦੇ ਪਾਏ। ਪਰ ਜਿੱਥੇ ਤੱਕ ਰਾਸ਼ਨ ਦੀ ਗੱਲ ਆ, ਸਹੂਲਤਾਂ ਦੀ ਗੱਲ ਆ, ਉਹ ਮੇਰੇ ਤਾਂ ਇੰਨਾ ਜ਼ਿਆਦਾ ਅਸੀਂ ਆਪ ਧਿਆਨ ਦਿੱਤਾ। ਮੈਂ ਅੱਧੀ ਰਾਤ ਨੂੰ ਵੀ ਤੇ ਮੈਂ ਦਿਨ ਤਿੱਖੜ ਦੁਪਹਿਰੇ ਵੀ ਆਪ ਉਹਨਾਂ ਸੈਂਟਰਾਂ ਤੇ ਵਿਜ਼ਿਟ ਕੀਤਾ। ਏਸੀ ਕਮਰਿਆਂ ਦੇ ਵਿੱਚ ਬਹਿ ਕੇ ਸਿਆਸਤ ਕਰਨ ਵਾਲਾ ਨਹੀਂ, ਮੇਰੇ ਕੋਈ ਪੇਰੈਂਟਸ ਦੇ ਵਿੱਚੋਂ ਕੋਈ ਸਿਆਸੀ ਨਹੀਂ ਸੀਗਾ। ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ, ਮੁੱਦਾ ਬੜਾ ਖਤਰਨਾਕ ਜਿਹਾ ਮੋੜ ਹੈਗਾ। ਆਪਾਂ ਬੰਦਿਆਂ ਦੀਆਂ ਜ਼ਿੰਦਗੀਆਂ ਬਚਾ ਲਈਏ ਜੀ, ਜਿਉਂਦੇ ਰਹਿ ਕੇ ਸਿਆਸਤ ਕਰਨਾ। ਬਰਾੜ ਸਾਹਿਬ ਜਿਹੜੀ ਤੁਸੀਂ ਗੱਲ ਕੀ ਟਰਾਇਲ ਦੀ ਨਾ ਜੀ, ਟਰਾਇਲ ਏਦਾਂ ਨਹੀਂ ਕੋਈ ਵੀ ਹੈਗਾ ਵੀ ਉਹ ਦੇਖੋ ਆਪਾਂ ਚੱਕ ਕੇ ਇੱਥੇ ਬੈਠੇ ਆ, ਇੱਥੋਂ ਮੈਂ ਚੱਕ ਕੇ ਹੋਰ ਕਿਤੇ ਸ਼ਿਫਟ ਕਰਦੇ ਆ ਇੱਕਦਮ ਬਿਨਾਂ ਗੱਲੋਂ ਹੀ, ਮੈਂ ਉੱਥੇ ਜਾ ਕੇ ਇਦੋਂ ਵੀ ਵਰਸਟ ਕੰਡੀਸ਼ਨ ਹੋ ਜੇ। ਸੋ ਏਦਾਂ ਦੀ ਕੋਈ ਗੱਲ ਨਹੀਂ ਮੈਂ ਕਰਨੀ, ਨਾ ਮੈਂ ਝੂਠ ਬਰਾੜ ਸਾਹਿਬ 1 ਮਿੰਟ ਉਹਨਾਂ ਨੂੰ ਗੱਲ ਕਰ ਲੈਣ ਦਿਓ, ਫਿਰ ਮੈਂ ਤੁਹਾਡੇ ਤੋਂ ਆਉਣਾ ਤੁਹਾਡੇ ਕੋਲ। ਹਾਂਜੀ ਬਰਾੜ ਸਾਹਿਬ ਕੀ ਕਹਿ ਰਹੇ ਸੀ? ਮੈਂ MLA ਸਾਹਿਬ ਦੀ ਗੱਲ ਨੂੰ ਸੌਖਾ ਕਰ ਦੇਣਾ ਹੈ ਕਿ ਜਿਹੜੀ ਜਗ੍ਹਾ ਤੇ ਸਰਾਂ ਹੋਊਗੀ ਉਹ ਜਾ ਕੇ ਖੁਦ ਵੇਖ ਲੈਣ, ਜੇ ਇਹਨਾਂ ਨੂੰ ਪ੍ਰਬੰਧ ਠੀਕ ਲੱਗਣਗੇ ਤਾਂ ਫਿਰ ਉਸ ਤੋਂ ਬਾਅਦ ਗੱਡੀਆਂ ਲੈ ਕੇ ਸ਼ਿਫਟ ਕਰ ਦੇਣ। ਇੱਕ ਗੱਲ ਮੈਂ ਵਿਜੇਪਾਲ ਜੀ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ, ਭਾਵੇਂ ਕਿਸੇ ਵੀ ਪਾਰਟੀ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, 70172 51777 ਮੇਰਾ ਮੋਬਾਈਲ ਨੰਬਰ ਹੈ। SGPC ਦੇ ਕਿਸੇ ਵੀ ਗੁਰਦੁਆਰੇ, ਕਿਸੇ ਵੀ ਸਰਾਂ ਦੇ ਵਿੱਚ ਜੇ ਕੋਈ ਪ੍ਰਸ਼ਾਸਨ ਠਹਿਰਾਉਣਾ ਚਾਹੁੰਦਾ, ਕੋਈ MLA ਸਾਹਿਬਾਨ ਲੈ ਕੇ ਨਾਲ ਜਾ ਕੇ ਠਹਿਰਾ ਕੇ ਆਉਣਾ ਚਾਹੁੰਦਾ, ਜਾਂ ਕੋਈ ਵੀ ਬੰਦਾ ਮਦਦ ਲੈਣੀ ਚਾਹੁੰਦਾ, ਇਹ ਮੇਰਾ ਨੰਬਰ ਭਾਵੇਂ ਫਲੈਸ਼ ਕਰ ਦਿਓ, ਮੇਰੀ ਜ਼ਿੰਮੇਵਾਰੀ ਹੈ। ਚੰਗੀ ਗੱਲ ਹੈ ਸਾਰਿਆਂ ਨੂੰ ਮਿਲ ਕੇ ਘੱਟੋ ਘੱਟ ਹੁਣ ਇਹ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਵੀ ਅਸੀਂ ਉਹਨਾਂ ਨੂੰ ਇੱਕ ਚੰਗੀਆਂ ਸਹੂਲਤਾਂ ਦੇ ਸਕੀਏ, ਜਾਂ ਜਿਹੜੀਆਂ ਉਹਨਾਂ ਨੂੰ ਦਿੱਕਤਾਂ ਆਈਆਂ ਉਹਨਾਂ ਤੋਂ ਮਾਫੀ ਮੰਗਦੇ ਹੋਏ ਉਹਨਾਂ ਦਿੱਕਤਾਂ ਨੂੰ ਦੂਰ ਕਰੀਏ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਔਰ ਘੱਟੋ ਘੱਟ ਸਿਆਸਤ ਨਹੀਂ ਹੋਣੀ ਚਾਹੀਦੀ। ਅਮਨ ਅਰੋੜਾ ਜੀ, ਇੱਕ ਛੋਟਾ ਜਿਹਾ ਮੈਂ ਤੁਹਾਡੇ ਤੋਂ ਚਾਹੂੰਗਾ ਹੁਣ ਇਸ ਤੇ ਜਵਾਬ ਵੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਡਾਕਟਰ ਹਰਜੋਤ ਕਮਲ ਹੋਰੀ ਤੁਹਾਡੇ ਕੋਲੀਗ ਨੇ, ਚੰਗੇ ਰਿਲੇਸ਼ਨ ਨੇ, ਤਾਂ ਘੱਟੋ ਘੱਟ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿ ਅਸੀਂ ਬਿਆਨਬਾਜ਼ੀ ਨੂੰ ਛੱਡ ਕੇ ਘੱਟੋ ਘੱਟ ਪ੍ਰੈਕਟੀਕਲ ਕੰਮ ਵੱਲ ਧਿਆਨ ਦਈਏ। ਹੁਣ ਜਿਹੜੇ ਉਹਨਾਂ ਦੇ ਟੈਸਟ ਨੇ ਉਹ ਤੇ ਆ ਹੀ ਰਹੇ ਨੇ ਪੋਜ਼ਿਟਿਵ, ਔਰ ਇਹਦੇ ਨਾਲ ਤਾਂ ਕੋਈ ਕਲਪਰੇਟ ਨਹੀਂ ਬਣ ਜਾਂਦਾ, ਨਾ ਕਿਸੇ ਦੀ ਕੋਈ ਨੈਤਿਕ ਗਲਤੀ ਹੈ, ਨਾ ਕਿਸੇ ਤੇ ਕੋਈ ਇਖਲਾਕੀ ਧੱਬਾ ਲੱਗ ਜਾਂਦਾ ਜੇ ਕਿਸੇ ਦੀ ਕੋਈ ਰਿਪੋਰਟ ਪੋਜ਼ਿਟਿਵ ਆਈ ਹੈ ਤਾਂ। ਬਰਾੜ ਸਾਹਿਬ ਦੇਖੋ, ਇਸ ਤਰ੍ਹਾਂ ਹੈ ਕਿ ਕੋਈ ਰਾਜਨੀਤੀ ਇਸ ਮੌਕੇ ਉੱਪਰ ਕਰਨਾ ਨਹੀਂ ਚਾਹੁੰਦਾ, ਜਾਂ ਨਾ ਹੀ ਕਿਸੇ ਨੂੰ ਕਰਨੀ ਚਾਹੀਦੀ ਹੈ। ਚਾਹੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਲੋਕਡਾਊਨ ਅਨਾਉਂਸ ਕੀਤਾ ਤੇ ਚਾਹੇ ਕੈਪਟਨ ਸਾਹਿਬ ਨੇ ਅਨਾਉਂਸ ਕੀਤਾ, ਅਸੀਂ ਸਾਰਿਆਂ ਨੇ ਉਹਦਾ ਵੈਲਕਮ ਕੀਤਾ। ਪਰ ਜੇ 1.5 ਮਹੀਨੇ ਬਾਅਦ ਵੀ ਤੁਹਾਨੂੰ ਸਰਕਾਰ ਇਨਪ੍ਰੀਪੇਅਰਡ ਲੱਗੀ, ਜਦੋਂ ਮੈਂ ਮੇਰੇ ਡਾਕਟਰ ਹਰਜੋਤ ਜੀ, ਮੈਂ ਹਰਜੋਤ ਜੀ ਦਾ ਸਵਾਲ ਕरूंगा, ਹਰਜੋਤ ਜੀ ਤੁਹਾਡੇ ਹਲਕੇ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਹੋਇਆ, ਦੱਸੋ ਜਰਾ। ਹਰਜੋਤ ਜੀ ਕਿੰਨੇ ਲੋਕ ਨੇ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਕੁਆਰੰਟਾਈਨ ਨੇ? ਜਿਹੜੇ ਤਾਂ ਹਜ਼ੂਰ ਸਾਹਿਬ ਤੋਂ ਆਏ ਆ ਉਹ 200 ਕੁਛ ਹੈਗੇ ਆ। ਜਿਹੜੇ ਦੂਜੀ ਬਾਹਰਲੀ
ਲੇਬਰ ਤੋਂ ਆਏ ਹੋਏ ਹੈਗੇ ਆ ਉਹ ਤਕਰੀਬਨ 125 ਦੇ ਕਰੀਬ ਹੈ। ਤੁਸੀਂ ਮੈਨੂੰ ਹੁਣ ਇੱਕ ਗੱਲ ਦੱਸੋ, ਸਵਾ ਕੁ 300 ਦੇ ਕਰੀਬ ਮੋਗਾ ਵੱਡਾ ਸ਼ਹਿਰ ਹੈ, ਟੋਟਲ ਤੁਸੀਂ 350 ਲਾ ਕੇ ਚੱਲੋ, 350 ਲਾ ਕੇ ਚੱਲੋ, ਤੁਸੀਂ 350 ਜਿਵੇਂ ਬੰਦਿਆਂ ਨੂੰ ਕੁਆਰੰਟਾਈਨ ਕਰਨਾ ਹੋਵੇ ਜੀ, ਤੇ ਤੁਹਾਡੇ ਕੋਲ ਮੋਗੇ ਦੇ ਵਿੱਚ ਹਸਪੀਟਲ ਕਿੰਨੇ ਨੇ, ਉਹਨਾਂ ਦੇ ਬੈੱਡ ਕਿੰਨੇ ਅਵੇਲੇਬਲ ਨੇ, ਤੁਹਾਡੇ ਕੋਲ ਸਰਾਵਾਂ ਕਿੰਨੀਆਂ ਨੇ, ਤੁਹਾਡੇ ਕੋਲ ਧਰਮਸ਼ਾਲਾਵਾਂ ਕਿੰਨੀਆਂ ਨੇ, ਤੁਹਾਡੇ ਕੋਲ ਆਸੇ-ਪਾਸੇ ਕਾਲਜਿਸ ਤੇ ਉਹਨਾਂ ਦੇ ਹੋਸਟਲਸ ਕਿੰਨੇ ਨੇ, ਤੁਹਾਡੇ ਕੋਲ ਕਿੰਨੇ ਜਿਹੜੇ ਮੈਰਿਜ ਪੈਲੇਸਿਸ ਨੇ ਜਿਹਨਾਂ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਜਾ ਸਕਦਾ, ਤੁਹਾਡੇ ਕੋਲ ਕਿੰਨੇ ਹੋਟਲ ਰੂਮਸ ਨੇ, ਕਿ 350 ਕਮਰਾ ਵੀ ਅਵੇਲੇਬਲ ਨਹੀਂ ਹੈਗਾ ਮੋਗੇ ਦੇ ਵਿੱਚ। ਮੇਰਾ ਸਵਾਲ ਇਹ ਹੈ, ਮੈਂ ਸਿਆਸਤ ਨਹੀਂ ਕਰਨੀ ਚਾਹੁੰਦਾ ਜੀ, ਨਾ ਹੀ ਮੈਂ ਸਰਕਾਰ ਦੀ ਕੋਈ ਨਿੰਦਿਆ ਕਰਨੀ ਚਾਹੁੰਦਾ, ਪਰ ਸਵਾਲ ਇਹ ਹੈ ਵੀ ਜੇ ਐਕਚੁਅਲੀ ਇਹਦੇ ਵਿੱਚ ਬਰਾੜ ਸਾਹਿਬ ਹੁਣ ਫਿਰ ਤੁਸੀਂ ਕਹੋਗੇ ਫਿਰ ਸਿਆਸੀ ਗੱਲ ਕਰਦਾ ਹੈ, ਇਹਦੇ 'ਚ ਸਰਕਾਰ ਦੀ ਵੀ ਗਲਤੀ ਨਹੀਂ ਹੈਗੀ। ਉਹ ਸਰਕਾਰ ਦੀ ਗਲਤੀ ਇਸ ਕਰਕੇ ਨਹੀਂ ਹੈਗੀ ਕਿਉਂਕਿ ਇਹ ਸਾਰਾ ਕੁਛ ਜਿਹੜਾ ਐਪੀਸੋਡ ਹੋਇਆ ਹੈ ਹਜ਼ੂਰ ਸਾਹਿਬ ਤੋਂ ਯਾਤਰੀ ਲਿਆਉਣ ਵਾਲਾ ਇਹ ਹੋਇਆ ਪਿਛਲੇ ਹਫ਼ਤੇ ਦੇ ਵਿੱਚ, ਤੇ ਪੂਰੀ ਦਾ ਪੂਰਾ ਪਿਛਲਾ ਹਫ਼ਤਾ ਸੀ ਜਿਹੜਾ ਉਹ ਮੋਦੀ ਵਾਲੀ ਸਰਕਾਰ ਦਾ ਤਾਂ ਪੂਰੀ ਦਾ ਪੂਰਾ ਹਫ਼ਤਾ ਧਿਆਨ ਲੱਗ ਗਿਆ ਠੇਕੇ ਖਿਲਾਉਣ ਦੇ ਵਿੱਚ ਸ਼ਰਾਬ ਦੇ, ਤੇ ਕੁਆਰੰਟਾਈਨ ਕਰਨ ਵਾਲਿਆਂ ਨੂੰ ਜਾਂ ਹਜ਼ੂਰ ਸਾਹਿਬ ਵਾਲਿਆਂ ਦਾ ਪਾਸੇ ਦਾ ਧਿਆਨ ਹੀ ਨਹੀਂ ਸੀਗਾ। ਹੁਣ ਵੱਡੇ ਪੰਜਾਬ ਦੇ ਵਿੱਚ ਜੇ ਆਪਾਂ ਕਹੀਏ ਵੀ ਸਾਡੇ ਕੋਲ ਇੰਨੇ ਸਾਂਭਣ ਵਾਲੇ ਤੇ ਫਿਰ ਕੋਈ ਤਿਆਰੀ ਨਾ ਹੋਵੇ, ਇਹ ਜਿਹੜੀ ਚੀਜ਼ ਹੈ ਇਹ ਤੁਸੀਂ ਜੇ ਕਹੋਗੇ ਹੁਣ ਸਿਆਸੀ ਧਿਰ ਦੇ ਲੋਕ ਜੇ ਸੱਤਾ ਧਿਰ ਦੇ ਲੋਕ ਕਹਿਣ ਵੀ ਸਿਆਸਤ ਨਾ ਕਰੋ, ਅਸੀਂ ਨਹੀਂ ਕਰ ਰਹੇ ਕਿ ਅਸੀਂ 1.5 ਮਹੀਨੇ ਦੀ ਜਮ੍ਹਾਂ ਨਹੀਂ ਕੀਤੀ, ਸਿਆਸਤ ਦੇ ਵਿੱਚ ਆ ਗਈ ਨਾ ਜੀ, ਪਰ ਜੇ ਹੁਣ ਸਿਆਸਤ ਦੇ ਵਿੱਚ ਆਈ ਗਈ, ਹੁਣ ਤੇ ਸਿਆਸਤ ਵਿੱਚ ਆਈ ਗਈ, ਇਹ ਤਾਂ ਸਾਡਾ ਕੰਮ ਨਹੀਂ ਹੈਗਾ ਜੀ। ਮੈਂ ਅਰੋੜਾ ਸਾਹਿਬ ਦੀ ਗੱਲ ਨੂੰ ਅੱਗੇ ਵਧਾਊਂਗਾ। ਜੇ 350 ਬੰਦਿਆਂ ਨੂੰ ਸਾਂਭਣ ਲਈ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਖੜੇ ਹੋਏ ਪਏ ਆ, ਖੁਦਾ ਨਾ ਖਾਸਤਾ ਜੇ ਇਹ ਗਿਣਤੀ ਵੱਧਦੀ ਹੈ ਜਿਹੜੀ ਹਜ਼ਾਰਾਂ ਜਾਂ ਲੱਖਾਂ 'ਚ ਜਾਣ ਦੇ ਖਤਰੇ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਆਪ ਬਿਆਨਾਤ ਕੀਤੇ ਆ, ਤੇ ਫਿਰ ਕੀ ਕਰਾਂਗੇ? ਇਸ ਕਰਕੇ ਇਹ ਅਸੀਂ ਕੋਈ ਸਿਆਸਤ ਨਹੀਂ ਕਰਦੇ, ਸਾਡਾ ਵਿਰੋਧੀ ਧਿਰ ਦਾ ਫਰਜ਼ ਹੈਗਾ ਕਿ ਅਸੀਂ ਸਰਕਾਰ ਨੂੰ ਚੁਕੰਨਾ ਜ਼ਰੂਰ ਕਰੀਏ, ਉਹਨਾਂ ਦੀ ਆਵਾਜ਼ ਤਾਂ ਉਠਾਈਏ ਜਿਹੜੇ ਲੋਕ ਤੰਗ ਨੇ। ਚਲੋ ਠੀਕ ਹੈ। ਹਰਜੋਤ ਕਮਲ ਜੀ, ਮੈਂ ਲਾਸਟ ਇੱਕ ਤੁਹਾਡੇ ਤੋਂ ਕਮੈਂਟ ਲੈਣਾ ਚਾਹਣਾ ਕਿ ਹੁਣ ਅੱਗੇ ਦਾ ਕੀ ਰਸਤਾ ਹੈ, ਥੋੜਾ ਪੂਰੀ ਜਿਹੜੀ ਰਣਨੀਤੀ ਸਮਝਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਘੱਟੋ ਘੱਟ, ਕਿਉਂਕਿ ਮਸਲਾ ਇਸ ਵੇਲੇ ਹੈ ਵੀ ਉਹਨਾਂ ਦਿੱਕਤਾਂ ਨੂੰ ਕਿਵੇਂ ਦੂਰ ਕੀਤਾ ਜਾਵੇ, ਬਾਕੀ ਬਿਆਨਬਾਜ਼ੀਆਂ ਤੇ ਚੱਲਦੀਆਂ ਰਹਿੰਦੀਆਂ। ਬਿਲਕੁਲ ਮੈਂ ਪਹਿਲਾਂ ਵੀ ਇਹ ਗੱਲ ਕਹੀ, ਮੈਨੂੰ ਤਾਂ ਸਿਆਸਤ ਆਉਂਦੀ ਨਹੀਂ ਜੀ, ਮੈਂ ਤਾਂ ਪੱਧਰ ਜਿਹਾ ਬੰਦਾ, ਔਰ ਇਹ ਜਿਹੜਾ ਸਮਾਂ ਆ ਇਹ ਐਡਾ ਸਖਾਲਾ, ਤੇ ਆ ਜਿਹੜੇ ਮੇਰੇ 220 ਆ ਗਏ ਆ ਗੁਰਦੁਆਰਾ ਸਾਹਿਬ ਵਾਲੇ ਜਾਂ 125 ਆ, ਉਹਨਾਂ ਨਾਲ ਹੀ ਕੰਮ ਰੁਕ ਨਹੀਂ ਜਾਣਾ। ਜਿਹੜੀ ਸਾਰੀ ਦੁਨੀਆ ਕਹਿੰਦੀ ਆ, ਕੈਪਟਨ ਮੁੱਖ ਮੰਤਰੀ ਸਾਡੇ ਕੈਪਟਨ ਸਾਹਿਬ ਕਹਿੰਦੇ ਆ ਕਿ ਇਹ ਜੂਨ ਜੁਲਾਈ 'ਚ ਤਾਂ ਜੇ ਪੀਕ ਤੇ ਜਾਣਾ, ਤੇ ਉਦੋਂ ਤਾਂ ਸਾਨੂੰ ਹੋਰ ਵੀ ਦਿੱਕਤਾਂ ਆਉਣਗੀਆਂ ਜੇ ਆਪਾਂ ਹੁਣੇ ਨਿੱਕੀਆਂ ਗੱਲਾਂ ਤੇ ਸਿਆਸਤਾਂ 'ਚ ਪੈ ਗਏ। ਮਨੁੱਖ ਕਿਵੇਂ ਬਚਾਵਾਂਗੇ ਤੇ ਮਨੁੱਖਤਾ ਕਿਵੇਂ ਬਚਾਵਾਂਗੇ? ਇਹ ਠੀਕ ਆ, ਸਾਨੂੰ ਪਤਾ ਹੀ ਨਹੀਂ ਸੀਗਾ ਵੀ ਇੰਨੇ ਬੰਦੇ ਇੱਕਦਮ ਆ ਜਾਣੇ ਤਾਂ ਸਾਨੂੰ ਐ ਸਾਹਮਣੇ ਪੈ ਜਾਣੇ, ਇਸ ਕਰਕੇ ਸਮੱਸਿਆ ਆ ਗਈ ਆ। ਪਰ ਜਿਵੇਂ ਸਮੱਸਿਆ ਆਊਗੀ ਉਹਦੇ ਹੱਲ ਕੱਢਣੇ ਪੈਣੇ ਆਪਾਂ ਨੂੰ। ਘਰਾਂ 'ਚ ਵੀ ਐਂ ਹੋ ਜਾਂਦਾ, ਪ੍ਰਾਹੁਣੇ ਵੱਧ ਆ ਗਏ ਤਾਂ ਮੰਜੇ ਗੁਆਂਢੀਆਂ ਦੇ ਵੀ ਫੜ ਲਿਆਈ, ਇਹ ਅਸੀਂ ਸਾਂਭ ਲਾਂਗੇ, ਇਟ ਵਿਲ ਟੇਕ ਅ ਲਿਟਲ ਮੋਰ ਟਾਈਮ, ਪਰ ਇਦਾਂ ਦੀ ਕੋਈ ਗੱਲ ਨਹੀਂ ਵੀ ਇਹ ਸਾਂਭੇ ਨਹੀਂ ਜਾਣਗੇ। ਚਲੋ ਅਸੀਂ ਉਮੀਦ ਕਰਦੇ ਹਾਂ ਡਾਕਟਰ ਹਰਜੋਤ ਕਿ ਅਸੀਂ ਉਮੀਦ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਹੈ ਉਹਨਾਂ ਦੀਆਂ ਸਮੱਸਿਆਵਾਂ ਘੱਟੋ ਘੱਟ ਦੂਰ ਹੋਣਗੀਆਂ। ਬਾਕੀ ਤੇ ਚਲੋ ਜਿੰਨਾ ਟਾਈਮ ਪੀਰੀਅਡ ਹੋਣਾ ਹੁੰਦਾ ਇਸ ਬਿਮਾਰੀ ਨੂੰ, ਅਗਰ ਕੋਈ ਪੋਜ਼ਿਟਿਵ ਆ ਗਿਆ ਤਾਂ ਉਹਨੇ ਆਪਣਾ ਟਾਈਮ ਲੈਣਾ ਹੁੰਦਾ, ਔਰ 10-15 ਦਿਨਾਂ ਬਾਅਦ ਫਿਰ ਰਿਪੋਰਟਾਂ ਉਸੇ ਗਿਣਤੀ ਦੇ ਵਿੱਚ ਨੈਗੇਟਿਵ ਆਉਣੀਆਂ ਵੀ ਸ਼ੁਰੂ ਹੋ ਜਾਂਦੀਆਂ। ਇਹ ਆਪਾਂ ਪਹਿਲਾਂ ਵੀ ਦੇਖਿਆ, ਪਰ ਇਸ ਵੇਲੇ ਇਹ ਜ਼ਿਆਦਾ ਇੰਪੋਰਟੈਂਟ ਹੈ ਕਿ ਘੱਟੋ ਘੱਟ ਜਿਹੜੀਆਂ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇ। ਸਾਰੇ ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਲਈ। ਚਰਨਜੀਤ ਬਰਾੜ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ, ਅਮਨ ਅਰੋੜਾ ਜੀ ਆਮ ਆਦਮੀ ਪਾਰਟੀ ਤੋਂ, ਔਰ ਡਾਕਟਰ ਹਰਜੋਤ ਕਮਲ ਕਾਂਗਰਸ ਪਾਰਟੀ ਤੋਂ। ਸੋ ਇਸ ਵੇਲੇ ਸਵਾਲ ਵੱਡਾ ਇਹੀ ਹੈ ਕਿ ਜਿੰਨੇ ਸ਼ਰਧਾਲੂ ਨੇ ਜਿਹੜੇ ਇਸ ਵੇਲੇ ਸਰਕਾਰ ਦੇ ਨਾਲ ਇੰਤਜ਼ਾਮਾਂ ਤੇ ਸਵਾਲ ਚੱਕ ਰਹੇ ਨੇ ਸਰਕਾਰ ਤੇ, ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਨੇ, ਉਹਨਾਂ ਦੇ ਜਿਹੜੇ ਰੰਜ ਨੇ, ਉਹਨਾਂ ਨੂੰ ਦੂਰ ਕਰਦੇ ਹੋਏ ਪਹਿਲਾਂ ਉਹਨਾਂ ਇੰਤਜ਼ਾਮਾਂ ਨੂੰ ਪੂਰਾ ਕੀਤਾ ਜਾਵੇ। ਨਹੀਂ ਤੇ ਅਗਰ ਅਗਲੇ ਦਿਨਾਂ ਦੇ ਵਿੱਚ ਫਿਰ ਕੇਸ ਵੱਧਦੇ ਆ ਤਾਂ ਫਿਰ ਸਵਾਲ ਹੋਰ ਵੱਡੇ ਉੱਠਣੇ ਲਾਜ਼ਮੀ ਨੇ। ਔਰ ਜਿੱਥੋਂ ਤੱਕ ਗੱਲ ਰਹੀ ਇਹਨਾਂ ਨੂੰ ਸੂਬੇ ਦੇ ਵਿੱਚ ਲਿਆਉਣ ਦੀ, ਚਾਹੇ ਕਿਸੇ ਨੇ ਵੀ ਐਫਰਟ ਕੀਤਾ ਹੋਵੇ, ਉਸ ਦੇ ਵਿੱਚ ਅਕਾਲੀ ਦਲ ਦੇ ਐਫਰਟਸ ਹੋਣ ਜਾਂ ਕਾਂਗਰਸ ਪਾਰਟੀ ਦੇ ਐਫਰਟਸ ਹੋਣ ਜਾਂ ਹੋਰ ਸਰਕਾਰਾਂ ਦੇ ਐਫਰਟਸ ਹੋਣ, ਇਸ ਵੇਲੇ ਕਿਸੇ ਸੂਬੇ ਦੇ ਵਿੱਚ ਜਦੋਂ ਇੰਨੀ ਵੱਡੀ ਮਹਾਮਾਰੀ ਫੈਲੀ ਹੋਈ ਹੈ, ਪਹਿਲਾਂ ਹੀ ਕੇਸ ਸਾਰੇ ਸੂਬਿਆਂ ਦੇ ਵਿੱਚ ਲਗਾਤਾਰ ਵੱਧ ਰਹੇ ਨੇ, ਐਸੇ ਵਿੱਚ ਆਪਣੇ ਸੂਬੇ ਦੇ ਲੋਕਾਂ ਨੂੰ ਲੈ ਕੇ ਆਉਣਾ ਵੀ ਇੱਕ ਦਲੇਰ ਫੈਸਲਾ ਕਿਹਾ ਜਾ ਸਕਦਾ, ਚਾਹੇ ਕਿਸੇ ਵੀ ਵਿਅਕਤੀ ਵੱਲੋਂ ਐਫਰਟ ਕੀਤਾ ਗਿਆ ਹੋਵੇ। ਸੋ ਹੁਣ ਇਹਨਾਂ ਬਦ ਇੰਤਜ਼ਾਮੀਆਂ ਨੂੰ ਦੂਰ ਕਰਕੇ ਉਹਨਾਂ ਨੂੰ ਸਹੂਲਤਾਂ ਦੇਣ ਦੀ ਔਰ ਇੱਕ ਸੁਰੱਖਿਅਤ ਤਰੀਕੇ ਨਾਲ ਸੁਰੱਖਿਅਤ ਮਾਹੌਲ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ।
ਤੇ ਇੱਕ ਖਬਰ ਲੁਧਿਆਣਾ ਤੋਂ ਦਿਖਾਉਂਦੇ ਆ। ਲੁਧਿਆਣਾ ਦੇ ਵਿੱਚ ਪੁਲਿਸ ਤੇ ਪੱਥਰਬਾਜ਼ੀ ਹੋਈ ਹੈ ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇਹ ਪੁਲਿਸ ਤੇ ਪੱਥਰਬਾਜ਼ੀ ਕੀਤੀ ਗਈ ਹੈ। ਦਰਅਸਲ ਲੁਧਿਆਣਾ ਦੇ ਢੰਡਾਰੀ ਕਲਾਂ ਇਲਾਕੇ ਦੀ ਇਹ ਘਟਨਾ ਹੈ। ਇਸ ਇਲਾਕੇ ਦੇ ਵਿੱਚ ਮਜ਼ਦੂਰ ਇਕੱਠੇ ਹੋਏ ਔਰ ਉਹਨਾਂ ਵੱਲੋਂ ਪੁਲਿਸ ਤੇ ਪੱਥਰਬਾਜ਼ੀ ਕੀਤੀ ਗਈ। ਪ੍ਰਵਾਸੀ ਮਜ਼ਦੂਰ, ਲੁਧਿਆਣਾ ਇੱਕ ਐਸਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਨੇ। ਕਰੀਬ 5-6 ਲੱਖ ਦਾ ਆંકੜਾ ਹੈ ਲੁਧਿਆਣਾ ਦੇ ਵਿੱਚ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ, ਔਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਾਹਰ ਆਏ। ਢੰਡਾਰੀ ਕਲਾਂ ਇਲਾਕੇ ਦੀ ਇਹ ਘਟਨਾ ਹੈ। ਉਸ ਇਲਾਕੇ ਦੇ ਵਿੱਚ ਜਦੋਂ ਪੁਲਿਸ ਦੇ ਨਾਲ ਉਹਨਾਂ ਦੀ ਕਹਾ ਸੁਣੀ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਤੇ ਪੱਥਰ ਬਰਸਾਏ। ਇਹ ਤਸਵੀਰਾਂ ਅਸੀਂ ਲੁਧਿਆਣਾ ਦੇ ਉਸ ਢੰਡਾਰੀ ਕਲਾਂ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਟਾਂ ਪੱਥਰ ਖਿਲਰੇ ਹੋਏ ਨਜ਼ਰ ਆ ਰਹੇ ਨੇ। ਇਹ ਪੁਲਿਸ ਅਮਲਾ ਜਿਹੜਾ ਹੈ ਉਹ ਵੱਡੀ ਗਿਣਤੀ ਦੇ ਵਿੱਚ ਤੈਨਾਤ ਹੈ। ਹੋਰ ਵੀ ਬਹੁਤ ਸਾਰੇ ਲੋਕ ਤਸਵੀਰਾਂ 'ਚ ਦੇਖੇ ਜਾ ਸਕਦੇ ਨੇ। ਇਹ ਲੁਧਿਆਣਾ ਦੀਆਂ ਤਸਵੀਰਾਂ ਨੇ। ਭਾਈ ਸਾਹਿਬ ਜੀ, ਇੱਥੇ ਜਿਹੜਾ ਮਾਹੌਲ ਸੀ, ਜਿਹੜੇ ਪ੍ਰਵਾਸੀ ਬੰਦੇ ਰਹਿੰਦੇ ਆ, ਇਲਾਕਾ ਦਾ ਕੀ ਹੈ? ਨਾਰੀ ਖੁਰਦ ਰੇਲਵੇ ਲਾਈਨ ਦੇ ਨਾਲ ਜਿਹੜੇ ਬੰਦੇ ਰਹਿੰਦੇ ਆ ਵੀਰੇ, ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ, ਕੀ ਗੱਲਬਾਤ ਹੋਈ ਹੈ। ਉਹ ਅਚਾਨਕ ਰੋਡ ਦੇ ਉਤਰ ਗਏ ਆ। ਕਿਉਂ ਉਤਰੇ ਆ ਕਿਉਂ ਨਹੀਂ ਉਤਰੇ ਉਹ ਉਹਨਾਂ ਨੂੰ ਪਤਾ ਹੋਣਾ ਵਾ। ਨੈਸ਼ਨਲ ਹਾਈਵੇ ਤੇ? ਹਾਂ, ਨੈਸ਼ਨਲ ਹਾਈਵੇ ਤੇ ਰੇਲਵੇ ਲਾਈਨ ਤੇ ਉਤਰੇ ਆ। ਉਹਨਾਂ ਨੂੰ ਕੀ ਪਤਾ ਕੀ ਪ੍ਰੋਬਲਮ ਹੈ, ਕੀ ਦਿੱਕਤ ਹੈ, ਸਰਕਾਰ ਦੀ ਕਮੀ ਹੈ ਕਿ ਕਿਹਦੀ ਕਮੀ ਹੈ, ਇਹਦਾ ਕੋਈ ਪਤਾ ਨਹੀਂ ਹੈਗਾ। ਠੀਕ ਹੈ। ਇੱਧਰੋਂ ਪੁਲਿਸ ਪ੍ਰਸ਼ਾਸਨ ਆਇਆ ਵਾ, ਉਹਨਾਂ ਨੂੰ ਆ ਕੇ ਭਜਾਇਆ। ਦੇਖਿਆ ਸਾਰਾ ਮਾਹੌਲ ਇੱਥੇ ਇੰਨਾ ਖਰਾਬ ਸੀਗਾ। ਹਾਂਜੀ, ਹਾਂ, ਇਹ ਨਹੀਂ ਬੰਦੇ ਨੇ ਪਥਰਾਵ ਕੀਤਾ ਵਾ। ਜਦ ਬੰਦੇ ਪੁਲਿਸ ਦੇ ਉੱਤੇ ਪਥਰਾਵ ਕੀਤਾ, ਪਥਰਾਵ ਜਦ ਕੀਤਾ ਉਹਨਾਂ ਨੇ, ਪੁਲਿਸ ਪ੍ਰਸ਼ਾਸਨ ਨੇ ਆ ਕੇ ਇੱਥੇ ਗੱਲ ਜਿਹੜੀ ਕਮਾਨ ਹੈ ਸੰਭਾਲੀ ਹੈ। ਰੋਹਿਤ ਗੌੜ ਮੇਰੇ ਸਹਿਯੋਗੀ ਲੁਧਿਆਣਾ ਤੋਂ ਜੁੜੇ ਨੇ। ਰੋਹਿਤ, ਪੂਰਾ ਮਾਮਲਾ ਕੀ ਹੈ? ਪਹਿਲਾਂ ਇਹ ਸਮਝਣਾ ਚਾਹਾਂਗੇ ਕਿਉਂ ਨੌਬਤ ਇੰਨੀ ਆਈ ਕਿ ਪੱਥਰਬਾਜ਼ੀ ਕਰਨੀ ਪਈ ਮਜ਼ਦੂਰਾਂ ਨੂੰ? ਬਿਲਕੁਲ ਵਿਜੇ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੌਕੇ ਦੀ ਤਸਵੀਰਾਂ ਦਿਖਾਉਣਾ ਚਾਹੂੰਗਾ, ਉਸ ਤੋਂ ਬਾਅਦ ਨਾਲ ਦੇ ਨਾਲ ਤੁਹਾਨੂੰ ਦੱਸਦਾ ਰਹੂੰਗਾ ਕਿ ਇਹ ਹੋਇਆ ਕੀ ਹੈ। ਦਰਅਸਲ ਮੈਂ ਇਸ ਵੇਲੇ ਨੈਸ਼ਨਲ ਹਾਈਵੇ ਨੰਬਰ 1 ਤੇ ਉੱਤੇ ਮੌਜੂਦ ਹੈ। ਢੰਡਾਰੀ ਕਲਾਂ ਦਾ ਇਲਾਕਾ ਹੈਗਾ। ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਪੁਲਿਸ ਦੀ ਵੈਨ ਆ ਚੁੱਕੀ ਹੈ, ਪੁਲਿਸ ਪਹੁੰਚੀ ਹੋਈ ਹੈ ਇੱਥੇ ਵੱਡੇ ਪੱਧਰ ਦੇ ਉੱਤੇ, ਔਰ ਪੁਲਿਸ ਇਸ ਪੂਰੇ ਮੌਕੇ ਨੂੰ ਸੰਭਾਲ ਚੁੱਕੀ ਹੈ ਕਿਉਂਕਿ ਜਿਸ ਕਦਰ ਇੱਥੇ ਪਥਰਾਵ ਹੋਇਆ ਸੀਗਾ, ਪ੍ਰਵਾਸੀ ਮਜ਼ਦੂਰਾਂ ਨੇ ਪਥਰਾਵ ਕੀਤਾ ਸੀਗਾ। ਢੰਡਾਰੀ ਕਲਾਂ ਇਲਾਕਾ ਉਹ ਇਲਾਕਾ ਹੈ ਜਿੱਥੇ ਸਭ ਤੋਂ ਜ਼ਿਆਦਾ ਜਿਹੜਾ ਪ੍ਰਵਾਸੀ ਲੋਕ ਜਿਹੜੇ ਹੈਗੇ ਨੇ ਉਹ ਇੱਥੇ ਰਹਿੰਦੇ ਨੇ। ਔਰ ਜਿੱਥੇ ਤੱਕ ਸਾਨੂੰ ਪਤਾ ਲੱਗ ਪਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਰੋਸ਼ ਸੀਗਾ ਉਹ ਦਰਅਸਲ ਆਪਣੇ ਘਰਾਂ ਨੂੰ ਜਾਣ ਨੂੰ ਲੈ ਕੇ ਸੀਗਾ ਕਿ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਘਰ ਜਾਣ ਕਿਉਂ ਨਹੀਂ ਦੇ ਰਿਹਾ, ਇਸ ਚੀਜ਼ ਦੀ ਜਿਹੜੀ ਸੁਵਿਧਾ ਹੈ ਉਹ ਉਹਨਾਂ ਨੂੰ ਮੁਹੱਈਆ ਕਿਉਂ ਨਹੀਂ ਕਰਵਾਈ ਜਾ ਰਹੀ, ਇਸ ਚੀਜ਼ ਨੂੰ ਲੈ ਕੇ ਉਹਨਾਂ ਦਾ ਵਿੱਚ ਗੁੱਸਾ ਸੀਗਾ। ਔਰ ਫੋਰਸ ਉਸ ਚੀਜ਼ ਨੂੰ ਲੈ ਕੇ ਜਿਹੜੇ ਪ੍ਰਵਾਸੀ ਲੋਕ ਸੀਗੇ ਉਹ ਹਾਈਵੇ ਤੇ ਪਹੁੰਚੇ। ਹਾਈਵੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਪਥਰਾਵ ਸ਼ੁਰੂ ਕੀਤਾ ਔਰ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲਿਸ ਦੇ ਉੱਤੇ ਵੀ ਪਥਰਾਵ ਕੀਤਾ ਗਿਆ। ਇੱਥੇ ਤੱਕ ਕਿ ਕਈ ਜਿਹੜੀਆਂ ਇੱਥੇ ਹਾਈਵੇ ਤੇ ਬੱਸਾਂ ਕਾਰਾਂ ਚੱਲ ਰਹੀ ਸੀ ਉਹਨਾਂ ਉੱਤੇ ਵੀ ਪਥਰਾਵ ਕੀਤਾ ਗਿਆ, ਉਹਨਾਂ ਦੇ ਵੀ ਸ਼ੀਸ਼ੇ ਟੁੱਟੇ ਆ। ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਪੂਰੇ ਮਾਹੌਲ ਨੂੰ ਸੰਭਾਲ ਲਿਆ ਤਾਂ ਕਿ ਇਸ ਮਾਹੌਲ ਨੂੰ ਖਰਾਬ ਨਾ ਹੋਣ ਦਿੱਤਾ ਜਾਵੇ। ਮੇਰੇ ਨਾਲ ਇੱਥੇ ਦੇ ਕੁਝ ਸਥਾਨੀ ਲੋਕ ਹੈਗੇ ਨੇ, ਨਹੀਂ ਪਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਵਾਲ ਇਹ ਹੈ ਕਿ ਰੋਹਿਤ ਸਵਾਲ ਇਹ ਹੈ ਕਿ ਐਡੀ ਵੱਡੀ ਗਿਣਤੀ 'ਚ ਲੋਕ ਆਏ ਕਿਵੇਂ ਸੜਕਾਂ ਤੇ? ਜੀ, ਜਦੋਂ ਪੁਲਿਸ ਦਾ ਪਹਿਰਾ ਹੈ ਚਾਰੇ ਪਾਸੇ, ਕਰਫਿਊ ਲੱਗਿਆ ਹੋਇਆ, ਕੋਈ 2 ਬੰਦੇ ਮੋਟਰਸਾਈਕਲ ਤੇ ਜਾਂਦੇ ਆ ਤਾਂ ਪੁਲਿਸ ਉਹਨਾਂ ਨੂੰ ਘੇਰ ਲੈਂਦੀ ਹੈ, ਕੋਈ ਬੰਦਾ ਕਾਰ ਤੇ ਜਾਂਦਾ ਤਾਂ ਪੁਲਿਸ ਉਹਨਾਂ ਨੂੰ ਘੇਰ ਲੈਂਦੀ ਹੈ। ਫਿਰ ਇੰਨੀ ਤਾਦਾਦ ਦੇ ਵਿੱਚ ਇਕੱਠੇ ਹੋ ਕੇ ਕਿਵੇਂ ਆਏ? ਇਹ ਵੀ ਤੇ ਸਵਾਲ ਹੈ। ਬਿਲਕੁਲ ਇਹ ਸਵਾਲ ਹੈਗਾ ਵਾ ਔਰ ਇਸ ਸਵਾਲ ਦਾ ਜਵਾਬ ਪ੍ਰਸ਼ਾਸਨ ਨੂੰ ਦੇਣਾ ਪੈਣਾ ਵਾ ਕਿ ਕਰਫਿਊ ਲੱਗਣ ਦੇ ਬਾਵਜੂਦ ਇੰਨੀ ਵੱਡੀ ਪੱਧਰ ਤੇ ਲੋਕ, ਕਿਉਂਕਿ ਜਿਹੜੇ ਲੋਕ ਇੱਥੇ ਸਥਾਨੀ ਲੋਕ ਹੈਗੇ ਨੇ ਉਹਨਾਂ ਸਾਫ਼ ਤੌਰ ਤੇ ਕਹਿਣਾ ਵਾ ਕਿ 100-150 ਤੋਂ ਵੀ ਜ਼ਿਆਦਾ ਲੋਕ ਸੀਗੇ ਜਿਹੜੇ ਕਿ ਇਸ ਹਾਈਵੇ ਤੇ ਪਹੁੰਚੇ ਤੇ ਉਹਨਾਂ ਨੇ ਤੋੜ ਭੰਨ ਕਰਨੀ ਸ਼ੁਰੂ ਕੀਤੀ ਔਰ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇੱਥੋਂ ਇਹ ਸਾਬਿਤ ਹੁੰਦਾ ਵਾ ਕਿ ਜਿਸ ਇਲਾਕੇ ਦੇ ਨਾਲ ਲੱਗਦਾ ਇਲਾਕਾ ਜਿਹੜਾ ਢੰਡਾਰੀ ਕਲਾਂ ਇਲਾਕਾ ਹੈਗਾ, ਉਸ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦੀ ਢਿੱਲ ਸੀਗੀ। ਉਸ ਢਿੱਲ ਦੇ ਚਲਦੇ ਹੀ ਲੋਕ ਉੱਥੋਂ ਦੀ ਚੱਲ ਕੇ ਇੱਥੇ ਨੈਸ਼ਨਲ ਹਾਈਵੇ ਤੱਕ ਪਹੁੰਚੇ। ਸਥਾਨੀ ਲੋਕ ਹੈਗੇ ਨੇ, ਉਹਨਾਂ ਨਾਲ ਅਸੀਂ ਗੱਲ ਕਰਦੇ। ਸਰ, ਹੋਇਆ ਕੀ ਸੀਗਾ ਇੱਥੇ? ਸਰ, ਹੋਇਆ ਇਹ ਸੀ ਕਿ ਜੋ ਇੱਥੇ ਤੁਸੀਂ ਕਹਿ ਰਹੇ ਹੋ ਕਿ ਸਥਾਨੀ ਲੋਕ ਰਹਿੰਦੇ ਨੇ, ਉਹਨਾਂ ਦੇ ਵਿੱਚ ਕੋਈ ਰੋਸ ਸੀਗਾ ਮੇਰੇ ਖਿਆਲ ਨਾਲ ਕਿ ਆਉਣ ਜਾਣ ਦੇ ਕਾਰਨ, ਤਾਂ ਹੀ ਇਸ ਨੂੰ ਲੈ ਕੇ ਬਹੁਤ ਪੱਥਰਾਂ ਦੀ ਬਾਰਿਸ਼ ਹੋਈ ਇੱਥੇ ਔਰ ਉਹਨਾਂ ਨੇ ਗੱਡੀਆਂ ਕਾਫੀ ਤੋੜੀਆਂ ਨੇ ਤੇ ਫਿਰ ਪੁਲਿਸ ਆਈ ਹੈ ਤੇ ਪੁਲਿਸ ਮੁਲਾਜ਼ਮਾਂ ਦੇ ਵੀ ਕਾਫੀ ਮੇਰੇ ਖਿਆਲ ਨਾਲ ਚੋਟਾਂ ਲੱਗੀਆਂ ਨੇ ਕੁਝ ਮੁਲਾਜ਼ਮਾਂ ਦੇ, ਔਰ ਉਹਨਾਂ ਨੇ ਕੰਟਰੋਲ ਪਾਇਆ ਉਹਨਾਂ ਤੇ। ਫਿਰ ਜਾ ਕੇ ਕੁਝ ਦੱਸੋ ਕੀ ਹੋਇਆ ਸੀਗਾ? ਹਾਂਜੀ ਸਰ, ਜਿੱਦਾਂ ਕਿ ਇਹ ਤੁਸੀਂ ਜਾਣਦੇ ਹੋ ਲੁਧਿਆਣੇ ਦਾ ਢੰਡਾਰੀ ਕਲਾਂ ਦਿੱਲੀ ਨੈਸ਼ਨਲ ਹਾਈਵੇ ਰੋਡ ਤੇ ਪੈਂਦਾ ਹੈ। ਇੱਥੇ ਕਾਫੀ ਮਜ਼ਦੂਰ ਤੇ
ਰਹਿੰਦੇ ਪ੍ਰਵਾਸੀ ਆ ਜਿਨ੍ਹਾਂ ਨੇ ਆਪਣਾ ਸਰਕਾਰ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਦਿਖਾਇਆ ਵਾ ਕਿ ਉਹਨਾਂ ਤੱਕ ਲੰਗਰ ਨਹੀਂ ਪਹੁੰਚਿਆ ਜਾ ਸਕਦਾ, ਜਿੱਥੇ ਤੱਕ ਜਿਹੜੀ ਸਰਕਾਰ ਆਪਣੀਆਂ ਸਾਰੀਆਂ ਚੀਜ਼ਾਂ ਮੁਹੱਈਆ ਕਰਾ ਰਹੀਆਂ ਵਾ ਉਹ ਖਾਲੀ ਟੀਵੀ ਚੈਨਲਾਂ ਤੱਕ ਹੀ ਰਹਿ ਰਹੀਆਂ ਕਿ ਉਹਨਾਂ ਤੱਕ ਨਹੀਂ ਪਹੁੰਚ ਰਹੀਆਂ। ਇਸ ਕਰਕੇ ਉਹ ਅੱਜ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਇੱਥੇ ਪੱਥਰਬਾਰੀ ਕੀਤੀ ਆ ਤਾਂ ਕਿ ਉਹਨਾਂ ਦੀ ਗੱਲ ਸਰਕਾਰ ਤੱਕ ਪਹੁੰਚ ਸਕੇ। ਇਸ ਕਰਕੇ ਪੁਲਿਸ ਜਿਹੜੀ ਸੀਗੀ ਸਹੀ ਹੈ ਹਾਂਜੀ ਹਾਂਜੀ ਇਹ ਸਹੀ ਹੈ, ਪਥਰਾਵ ਕਰਨਾ ਸਹੀ ਹੈ? ਨਹੀਂ ਪਥਰਾਵ ਤਾਂ ਬਿਲਕੁਲ ਗਲਤ ਆ। ਦੇਖੋ ਸਰਕਾਰ ਜਿੱਥੇ ਤੱਕ ਤਾਂ ਪਹੁੰਚਾ ਸਕਦੀ ਉੱਥੇ ਤੱਕ ਪਹੁੰਚੀ ਜਾਂਦਾ ਵਾ, ਇਹਨਾਂ ਤੱਕ ਨਹੀਂ ਪਹੁੰਚਿਆ। ਉਹਨਾਂ ਨੂੰ ਆਪਣੇ ਕੌਂਸਲਰ ਜਾਂ ਹੋਰ MLA ਨਾਲ ਗੱਲ ਕਰਨੀ ਚਾਹੀਦੀ ਆ। ਇਹ ਗਲਤ ਆ ਕਿ ਹਾਂ ਵੀ ਕੋਈ ਰਾਸਤੇ ਵਿੱਚ ਆ ਰਿਹਾ ਆ ਉਹਨਾਂ ਉੱਤੇ ਪਥਰਾਵ, ਬਹੁਤ ਬਿਲਕੁਲ ਗਲਤ ਗੱਲ ਹੈ। ਇਹ ਪ੍ਰਸ਼ਾਸਨ ਖੜਾ ਵਾ, ਉਹਨਾਂ ਨਾਲ ਗੱਲ ਕਰਨੀ ਚਾਹੀਦੀ। ਤੁਸੀਂ ਖੁਦ ਦੇਖਿਆ ਪਥਰਾਵ ਹੁੰਦਾ ਹੈ? ਹਾਂਜੀ ਹਾਂਜੀ ਅਸੀਂ ਇੱਥੋਂ ਆਪਣੀ ਗੱਡੀ ਲੈ ਕੇ ਲੰਘ ਰਹੇ ਸੀਗੇ, ਸਾਡੀ ਗੱਡੀ ਦਾ ਆਪਣੀ ਦਾ ਬਚਾਅ ਹੋ ਗਿਆ ਕਿ ਲੋਕਾਂ ਨੇ ਇੱਥੇ ਬਹੁਤ ਪਥਰਾਵ 150-200 ਬੰਦਾ ਘੱਟੋ ਘੱਟ ਸੀਗਾ ਜੋ ਕਿ ਇਸ ਏਰੀਏ ਦੇ ਢੰਡਾਰੀ ਕਲਾ ਦੇ ਲੋਕ ਪ੍ਰਵਾਸੀ ਸਾਰੇ ਇਕੱਠੇ ਹੋ ਕੇ ਪਥਰਾਵ ਸੜਕ ਤੇ ਨੈਸ਼ਨਲ ਹਾਈਵੇ ਤੇ ਕਰ ਰਹੇ ਸੀਗੇ। ਕੋਈ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ? ਹਾਂਜੀ ਇੱਕ ਪੁਲਿਸ ਵਾਲਾ ਵੀ ਮੇਰੇ ਹਿਸਾਬ ਨਾਲ ਜ਼ਖਮੀ ਹੋਇਆ ਕਿ ਜੋ ਕਿ ਉਹਨੂੰ ਲੈ ਕੇ ਗਏ ਹੋਏ ਨੇ ਹਜੇ। ਬਾਕੀ ਪ੍ਰਸ਼ਾਸਨ ਹੁਣ ਪਹੁੰਚ ਗਿਆ, ਇਨਕੁਆਇਰੀ ਕਰ ਰਿਹਾ ਕਿ ਕੀ ਮਸਲਾ ਸੀ ਕੀ ਨਹੀਂ, ਹੁਣ ਸਾਰਾ ਇਸ ਤੋਂ ਬਾਅਦ ਪਤਾ ਲੱਗੂਗਾ ਜੀ। ਬਿਲਕੁਲ ਵਿਜੇ, ਤੁਸੀਂ ਦੇਖ ਸਕਦੇ ਹੋ ਸਥਾਨੀ ਲੋਕ ਜਿਹੜੇ ਇੱਥੇ ਹੈਗੇ ਨੇ ਉਹਨਾਂ ਨੇ ਸਾਫ਼ ਕੀਤਾ ਹੋਇਆ ਕਿ 200-250 ਜਿਹੜੇ ਲੋਕ ਸੀਗੇ ਉਹ ਇਸ ਹਾਈਵੇ ਤੇ ਪਹੁੰਚੇ, ਉਹਨਾਂ ਨੇ ਆ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਪਰ ਔਰ ਪੁਲਿਸ ਨੇ ਕੁਝ ਇਸ ਬਾਰੇ ਦੱਸਿਆ ਕਿ ਮਸਲਾ ਜਿਹੜਾ ਸੀਗਾ ਉਹ ਸਿਰਫ ਉਹਨਾਂ ਦੇ ਰਾਸ਼ਨ ਪਾਣੀ ਨੂੰ ਲੈ ਕੇ ਸੀਗਾ ਜਾਂ ਫਿਰ ਉਹਨਾਂ ਦੇ ਉਹ ਜਾਣਾ ਚਾਹੁੰਦੇ ਨੇ ਆਪਦੇ ਇਲਾਕਿਆਂ ਨੂੰ, ਉਸ ਦੇ ਇੰਤਜ਼ਾਮ ਕਰਨ ਨੂੰ ਲੈ ਕੇ ਸੀ? ਵਿਜੇ ਹਜੇ ਇਸ ਚੀਜ਼ ਦੀ ਅਸੀਂ ਕਲੀਅਰ ਨਹੀਂ ਗੱਲ ਕਰ ਸਕਦੇ ਹਾਂ, ਪਰ ਜੋ ਰੋਸ਼ ਪਿਛਲੇ ਦਿਨਾਂ 'ਚ ਵੀ ਦੇਖਿਆ ਗਿਆ ਵਾ ਕਿ ਆਹੀ ਇੱਧਰ ਫੋਕਲ ਪੁਆਇੰਟ ਏਰੀਆ, ਕਿਉਂਕਿ ਢੰਡਾਰੀ ਕਲਾ ਦੇ ਨਾਲ ਲੱਗਦਾ ਫੋਕਲ ਪੁਆਇੰਟ ਏਰੀਆ ਵਾ, ਉਸ ਇਲਾਕੇ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸੀ ਕਿਉਂਕਿ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਸੀਗਾ ਔਰ ਉਹੀ ਮਜ਼ਦੂਰ ਸੀਗੇ, ਉਹੀ ਪ੍ਰਵਾਸੀ ਲੋਕ ਸੀਗੇ। ਹੁਣ ਇਹ ਜਿਹੜਾ ਇਲਾਕਾ ਵਾ ਇਹ ਵੀ ਪ੍ਰਵਾਸੀ ਲੋਕਾਂ ਦਾ ਹੀ ਹੈਗਾ ਵਾ, ਇੱਥੇ ਵੀ ਰੋਸ਼ ਦੇਖਣ ਨੂੰ ਮਿਲਿਆ ਵਾ ਤੇ ਇੱਥੋਂ ਸਾਫ਼ ਜ਼ਾਹਿਰ ਹੋ ਰਿਹਾ ਕਿਤੇ ਨਾ ਕਿਤੇ ਪ੍ਰਸ਼ਾਸਨ ਇਹਨਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਨਹੀਂ ਕਰ ਪਾ ਰਿਹਾ, ਜਿਸ ਦੇ ਕਰਕੇ ਇਹਨਾਂ ਦਾ ਗੁੱਸਾ ਜਿਹੜਾ ਵਾ ਉਹ ਹੁਣ ਆਮ ਲੋਕਾਂ ਉੱਤੇ ਵੀ ਨਿਕਲਣਾ ਸ਼ੁਰੂ ਹੋ ਚੁੱਕਾ, ਜੋ ਕਿ ਗਲਤ ਹੈਗਾ ਵਾ। ਇਹਨਾਂ ਨੂੰ ਆਪਣਾ ਰੋਸ਼ ਕਰਨਾ ਚਾਹੀਦਾ, ਇਹਨਾਂ ਦਾ ਹੱਕ ਵੀ ਹੈਗਾ, ਪਰ ਲੋਕਾਂ ਨੂੰ ਤੰਗ ਕਰਨਾ, ਲੋਕਾਂ ਉੱਤੇ ਪਥਰਾਵ ਕਰਨਾ, ਪੁਲਿਸ ਉੱਤੇ ਪਥਰਾਵ ਕਰਨਾ, ਇਹ ਸ਼ਾਇਦ ਕਿਤੇ ਨਾ ਕਿਤੇ ਗਲਤ ਹੈਗਾ। ਇਸ ਚੀਜ਼ ਨੂੰ ਇਹਨਾਂ ਨੂੰ ਸਮਝਣਾ ਪੈਣਾ ਵਾ ਕਿਉਂਕਿ ਜਿਹੜੀ ਸਥਿਤੀ ਹੈਗੀ ਹੈ ਔਰ ਉਸ ਸਥਿਤੀ ਦੇ ਚਲਦੇ ਰੋਸ਼ ਪ੍ਰਗਟ ਆਪਣੇ ਆਪ ਦੇ ਵਿੱਚ ਜ਼ਰੂਰੀ ਵੀ ਹੈ। ਜਿਸ ਤਰੀਕੇ ਨਾਲ ਉਹਨਾਂ ਦੇ ਅੰਦਰ ਉਹਨਾਂ ਨੂੰ ਖਾਣਾ ਨਹੀਂ ਮਿਲ ਰਿਹਾ ਜਾਂ ਰੋਟੀ ਨਹੀਂ ਮਿਲ ਰਹੀ ਤਾਂ ਰੋਸ਼ ਕਰਨਾ ਉਹਨਾਂ ਦਾ ਸ਼ਾਇਦ ਕਿਤੇ ਨਾ ਕਿਤੇ ਵਾਜਿਬ ਵੀ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਦੇ ਲਈ। ਤਾਂ ਲੁਧਿਆਣਾ ਦੇ ਢੰਡਾਰੀ ਕਲਾਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾਈ, ਕਿਸ ਤਰੀਕੇ ਨਾਲ ਮਜ਼ਦੂਰਾਂ ਨੇ ਪੱਥਰਬਾਜ਼ੀ ਕੀਤੀ ਪੁਲਿਸ ਤੇ, ਆਮ ਲੋਕਾਂ ਤੇ ਵੀ ਜਿਹੜੇ ਕਾਰਾਂ ਤੇ ਉੱਥੋਂ ਲੰਘ ਰਹੇ ਸੀ। ਮਸਲਾ ਜਿਹੜਾ ਹੈਗਾ ਉਹਨਾਂ ਦੇ ਇੰਤਜ਼ਾਮਾਂ ਨੂੰ ਲੈ ਕੇ ਹੈ, ਚਾਹੇ ਘਰ ਜਾਣ ਦੇ ਹੋਣ ਜਾਂ ਫਿਰ ਇੱਥੇ ਰਹਿੰਦੇ ਹੋਏ ਵੀ ਉਹਨਾਂ ਦੇ ਖਾਣ ਪੀਣ ਦੇ ਰਾਸ਼ਨ ਪਾਣੀ ਦੇ ਹੋਣ। ਸੋ ਇਸ ਵੇਲੇ ਕਰੀਬ 6.5 ਲੱਖ ਮਜ਼ਦੂਰ ਨੇ ਪਰਿਵਾਰ ਦੇ ਵਿੱਚ, ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ 6.5 ਲੱਖ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਵੱਖੋ-ਵੱਖ ਥਾਵਾਂ ਤੇ ਫਸੇ ਹੋਏ ਨੇ ਔਰ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਨੇ। ਸਰਕਾਰ ਨੇ 6,44,000 ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕੀਤੀ ਹੈ ਜਿਹੜੇ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧਿਤ ਨੇ, ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਜਲਦ ਹੀ ਸੂਬੇ ਜਿਹੜੇ ਨੇ ਇਸ ਬਾਰੇ ਤਿਆਰੀਆਂ ਵੀ ਮੁਕੰਮਲ ਕਰਨਗੇ ਕਿਉਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਨੇ ਕਿ ਹੁਣ ਇੱਕ ਸੂਬੇ ਤੋਂ ਦੂਸਰੇ ਸੂਬੇ ਜਿਹੜੇ ਮਜ਼ਦੂਰ ਜਾਣਾ ਚਾਹੁੰਦੇ ਨੇ, ਜਿਹੜੇ ਕਿਤੇ ਅਟਕੇ ਹੋਏ ਨੇ, ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਿਹੜੇ ਸੂਬਿਆਂ ਦੀਆਂ ਸਰਹੱਦਾਂ ਹੈ ਉਹ ਲੰਘਣ ਦੀ, ਉਹ ਪਾਰ ਕਰਨ ਦੀ ਔਰ ਇੰਤਜ਼ਾਮ ਕੀਤੇ ਜਾਣ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਘਰਾਂ ਤੱਕ ਪਹੁੰਚਣਾ ਹੈ, ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਭੇਜਿਆ ਜਾਵੇ। ਔਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਵੀ ਜਦੋਂ ਕਾਹਲੀ ਹੁੰਦੀ ਹੈ ਜਾਂ ਹਰ ਕੋਈ ਜਾਣਾ ਚਾਹੁੰਦਾ ਤਾਂ ਉਦੋਂ ਫਿਰ ਇਸ ਤਰੀਕੇ ਦੇ ਮਸਲੇ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੈਦਾ ਹੋ ਜਾਂਦੀ ਹੈ। ਗੌਰਵ ਸ਼ੁਕਲਾ ਮੇਰੇ ਸਹਿਯੋਗੀ ਜੁੜੇ ਨੇ ਜਾਣਕਾਰੀ ਦੇ ਲਈ। ਗੌਰਵ, ਲੁਧਿਆਣਾ ਦੀ ਜਿਵੇਂ ਤਸਵੀਰ ਅਸੀਂ ਦੇਖ ਰਹੇ ਸੀ, ਪੱਥਰਬਾਜ਼ੀ ਹੋਈ ਮਜ਼ਦੂਰ, ਕਿਉਂਕਿ ਕਿਤੇ ਨਾ ਕਿਤੇ ਜਦੋਂ ਆਰਡਰਸ ਆ ਜਾਂਦੇ ਨੇ, ਜਿਵੇਂ ਪਿਛਲੇ ਦਿਨਾਂ 'ਚ ਕੇਂਦਰ ਸਰਕਾਰ ਦੀਆਂ ਗਾਈਡਲਾਈਨਸ ਆਈਆਂ ਕਿ ਹੁਣ ਉਹਨਾਂ ਨੂੰ ਭੇਜ ਦਿੱਤਾ ਜਾਏਗਾ, ਤਾਂ ਉਸ ਵੇਲੇ ਹਰੇਕ ਸ਼ਖਸ ਨੂੰ ਜਿਹੜਾ ਕਿਤੇ ਵੀ ਫਸਿਆ ਹੋਇਆ ਉਹਨੂੰ ਇਹ ਲੱਗਦਾ ਕਿ ਜਲਦੀ ਤੋਂ ਜਲਦੀ ਉਹ ਆਪਣੇ ਪਰਿਵਾਰ ਕੋਲ, ਆਪਣੇ ਘਰੋਂ ਘਰੀ ਜਿੱਥੋਂ ਦੇ ਉਹ ਹੈਗੇ ਨੇ ਨਿਵਾਸੀ ਨੇ, ਉੱਥੇ ਪਹੁੰਚ ਜਾਣ ਔਰ ਉਸੇ ਨੂੰ ਲੈ ਕੇ ਹੁਣ ਲਾਅ ਐਂਡ ਆਰਡਰ ਤੱਕ ਦੀ ਸਮੱਸਿਆ ਖੜੀ ਹੋਣੀ ਸ਼ੁਰੂ ਹੋ ਗਈ ਹੈ। ਬਿਲਕੁਲ ਜੀ, ਤੁਸੀਂ ਦੇਖੋ ਕਿ ਕੰਡੀਸ਼ਨ ਤਾਂ ਲਾਜ਼ਮੀ ਤੌਰ ਤੇ ਹੋਏਗੀ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਜਿਹੜੇ ਪੰਜਾਬ ਵਿੱਚ ਰਹਿ ਰਹੇ ਨੇ ਉਹਨਾਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਇਸ ਸਮੇਂ ਚੈਲੰਜ ਤਾਂ ਹੈਗਾ ਕਿ ਜੇਕਰ ਉਹਨਾਂ ਦੇ ਕੰਮ ਧੰਦੇ ਬੰਦ ਹੋ ਚੁੱਕੇ ਨੇ, ਉਹਦੇ ਵਿੱਚੋਂ ਮਜ਼ਦੂਰ ਵੀ ਹੈਗੇ ਨੇ, ਦਿਹਾੜੀ ਰੋਜ਼ ਲਗਾਉਂਦੇ ਨੇ, ਉਹ ਕਿੰਨੀ ਦੇਰ ਸਰਵਾਈਵ ਕਰ ਸਕਣਗੇ। ਘੱਟੋ ਘੱਟ ਜਿਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਹੈ, ਇੱਥੇ ਕਿਰਾਏ ਦੇ ਉੱਤੇ ਰਹਿ ਰਹੇ ਨੇ, ਰੈਂਟ ਦੇਣਾ ਪੈਂਦਾ ਉਹਨਾਂ ਨੂੰ, ਉਸ ਤੋਂ ਬਾਅਦ ਹਰ ਚੀਜ਼ ਖਰੀਦ ਕੇ ਖਾਣੀ ਪੈਂਦੀ ਹੈ, ਤਾਂ ਉੱਥੇ ਤਾਂ ਉਹਨਾਂ ਨੂੰ ਬਹੁਤ ਦਿੱਕਤ ਹੈਗੀ ਹੈ। ਤਾਂ ਉਸ ਦੀ ਵਜ੍ਹਾ ਨਾਲ ਹਰ ਕੋਈ ਚਾਹੁੰਦਾ ਕਿ ਅਸੀਂ ਆਪਣੇ ਘਰ ਪਹੁੰਚੀਏ, ਘੱਟੋ ਘੱਟ ਪਰਿਵਾਰ ਦੇ ਲੋਕਾਂ ਦੇ ਨਾਲ ਰਹਾਂਗੇ। ਜੇ ਅਸੀਂ ਯੂਪੀ ਬਿਹਾਰ ਦਾ ਵੀ ਜ਼ਿਕਰ ਕਰੀਏ ਕਿਉਂਕਿ ਉੱਥੋਂ ਜ਼ਿਆਦਾ ਮਾਈਗ੍ਰੈਂਟ ਜਿਹੜੇ ਹੁੰਦੇ ਨੇ ਪੰਜਾਬ ਪਹੁੰਚਦੇ ਨੇ,
ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਆਪਣੇ ਉੱਥੇ ਘਰ ਤਾਂ ਹੁੰਦੇ ਹੀ ਨੇ। ਅਸੀਂ ਬਹੁਤ ਸਾਰੇ ਲੋਕਾਂ ਨਾਲ ਹਮੇਸ਼ਾ ਤੋਂ ਗੱਲ ਕਰਦੇ ਆਏ ਹਾਂ, ਤਾਂ ਉਹ ਬਹੁਤ ਸਾਰੇ ਜਿਹੜੇ ਯੂਪੀ ਜਾਂ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਸਾਡੀ ਉੱਥੇ ਇੰਨੀ ਜ਼ਮੀਨ ਹੈ ਜੀ, ਸਾਡਾ ਉੱਥੇ ਘਰ ਹੈ, ਸਾਡੇ ਪਰਿਵਾਰ ਦੇ ਮੈਂਬਰ ਨੇ। ਯਾਨੀ ਐਟਲੀਸਟ ਉਹਨਾਂ ਨੂੰ ਜਿਹੜੇ ਖਰਚੇ ਇੱਥੇ ਪੈ ਰਹੇ ਨੇ ਉਹਨਾਂ ਦਾ ਤਾਂ ਇੱਕ ਜ਼ਰੂਰ ਹੋਏਗਾ ਕਿ ਠੀਕ ਹੈ ਅਸੀਂ ਘਰ ਪਹੁੰਚ ਜਾਵਾਂਗੇ, ਪਰਿਵਾਰ ਦੇ ਮੈਂਬਰਾਂ ਦੇ ਵਿਚਾਲੇ ਹੋਵਾਂਗੇ, ਤਾਂ ਸਾਨੂੰ ਉਸ ਚੀਜ਼ ਦੀ ਕੋਈ ਟੈਨਸ਼ਨ ਨਹੀਂ। ਤਾਂ ਲਾਜ਼ਮੀ ਤੌਰ ਤੇ ਜੇਕਰ ਉਹਨਾਂ ਦੇ ਕੋਲ ਆਪਣੀ ਜਿਹੜੀ ਉਹਨਾਂ ਦੀ ਰਾਸ਼ੀ ਹੈ, ਪੂੰਜੀ ਹੈ, ਉਹ ਇੱਥੇ ਖਤਮ ਹੋ ਗਈ, ਖਾਣ ਪੀਣ ਦੀ ਦਿੱਕਤ ਹੋਣੀ ਸ਼ੁਰੂ ਹੋ ਗਈ, ਤਾਂ ਫਿਰ ਉਹ ਕੰਡੀਸ਼ਨ ਇੰਨੀ ਖਰਾਬ ਹੋ ਸਕਦੀ ਹੈ ਕਿ ਲਾਅ ਐਂਡ ਆਰਡਰ ਵਰਗੀ ਸਥਿਤੀ ਬਣ ਜਾਏ, ਜੋ ਅਸੀਂ ਲਗਾਤਾਰ ਵੱਖ-ਵੱਖ ਥਾਵਾਂ ਤੇ ਵੀ ਦੇਖ ਰਹੇ ਹਾਂ। ਲੁਧਿਆਣਾ ਦਾ ਵੀ ਤੁਸੀਂ ਜ਼ਿਕਰ ਕੀਤਾ ਹੈ। ਇੱਥੇ ਮੈਂ ਇੱਕ ਹੋਰ ਚੀਜ਼ ਐਡ ਕਰ ਦੇਵਾਂ ਕਿ ਜੋ ਕੈਪਟਨ ਸਰਕਾਰ ਨੇ ਡੀਸੀਜ਼ ਨੂੰ ਕਿਹਾ ਸੀ ਪੰਜਾਬ ਭਰ ਦੇ ਕਿ ਤੁਸੀਂ ਆਪਣੀ ਲਿਸਟਾਂ ਬਣਾ ਕੇ ਦੱਸੋ ਕਿ ਜਿਹੜੇ ਜਾਣਾ ਚਾਹੁੰਦੇ ਨੇ ਆਪਣੇ ਇਲਾਕਿਆਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਪ੍ਰਵਾਸੀ ਅਜਿਹੇ ਵੀ ਨੇ ਜੋ ਪੰਜਾਬ ਆ ਗਏ, ਉਹਨਾਂ ਦੀਆਂ ਫੈਮਿਲੀਜ਼ ਇੱਥੇ ਨੇ, ਇਨਫੈਕਟ ਉਹ ਪੰਜਾਬੀ ਬੋਲਣ ਲੱਗ ਗਏ, ਤਾਂ ਉਹ ਇੱਥੇ ਹੀ ਸੈਟਲ ਡਾਊਨ ਹੋ ਗਏ, ਸ਼ਾਇਦ ਉਹ ਨਹੀਂ ਜਾਣਾ ਚਾਹੁੰਦੇ। ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਸੀ ਕਿ ਆਲਮੋਸਟ 13 ਲੱਖ ਇਸ ਸਮੇਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਨੇ। ਉਹਨਾਂ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਤਕਰੀਬਨ 10 ਲੱਖ ਦਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਹੈ। ਤੇ ਅੱਜ ਜਿਹੜੀ ਲਿਸਟ ਸਾਹਮਣੇ ਆਈ ਹੈ ਜੋ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਤਕਰੀਬਨ 6.5 ਲੱਖ 6,44,000 ਦੇ ਕਰੀਬ ਜਿਹੜੇ ਪ੍ਰਵਾਸੀ ਹੈਗੇ ਨੇ ਉਹ ਆਪਣੀਆਂ ਸਟੇਟਸ ਦੇ ਵਿੱਚ ਵਾਪਸ ਜਾਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਅਸੀਂ ਸਟੇਟਸ ਨੂੰ ਇਨਫੋਰਮ ਕਰ ਰਹੇ ਹਾਂ। ਇਹਦੇ ਵਿੱਚ ਇਹ ਵੀ ਇੰਪੋਰਟੈਂਟ ਹੈ ਕਿ 6,44,000 ਦੇ ਵਿੱਚੋਂ ਅਪਰੋਕਸੀਮੇਟਲੀ 6 ਲੱਖ ਯੂਪੀ ਅਤੇ ਬਿਹਾਰ ਦੇ ਨੇ, ਜੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉੱਥੋਂ ਜ਼ਿਆਦਾ ਲੇਬਰ ਪੰਜਾਬ ਪਹੁੰਚਦੀ ਹੈ। ਵੱਖ-ਵੱਖ ਸੂਬਿਆਂ ਦੇ ਵੀ ਹੈਗੇ, ਕੇਰਲ ਦੇ ਵੀ, ਹਿਮਾਚਲ ਦੇ ਵੀ, ਇਨਫੈਕਟ ਚੰਡੀਗੜ੍ਹ ਦੇ ਵੀ ਕੁਝ ਲੋਕ ਹੈਗੇ ਆ, ਤਾਂ ਉਹ ਇੱਕ ਇਸ਼ੂ ਹੈਗਾ। ਪਰ ਲਾਜ਼ਮੀ ਤੌਰ ਤੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਲੋਕਾਂ ਦੇ ਕੋਲ ਆਪਣੀ ਪੂੰਜੀ ਖਤਮ ਹੋ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਰਵਾਈਵ ਕਰਨਾ ਔਖਾ ਲੱਗੇ, ਤਾਂ ਫਿਰ ਅਜਿਹੀਆਂ ਕੰਡੀਸ਼ਨਸ ਆਉਂਦੀਆਂ। ਸਰਕਾਰ ਉਸ ਨੂੰ ਸਮਝ ਰਹੀ ਹੈ ਕਿ ਐਟਲੀਸਟ ਜੇ ਕੱਲ ਨੂੰ ਕਰੋਨਾ ਹੋਰ ਵੀ ਪੈਰ ਫੈਲਾਉਂਦਾ ਹੈ ਤਾਂ ਇੱਕ ਵੱਡਾ ਤਬਕਾ ਅਜਿਹਾ ਵੀ ਹੋਏਗਾ ਕਿ ਜਿੱਥੇ ਉਹਨਾਂ ਨੂੰ ਅਸੀਂ ਪਹਿਲਾਂ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਹੋਵੇਗਾ, ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਹੋਵੇਗਾ, ਤਾਂ ਕਿ ਕੋਈ ਹੋਰ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਤੇ ਉਸ ਦੀ ਵਜ੍ਹਾ ਨਾਲ ਕਰੋਨਾ ਨਾ ਫੈਲੇ। ਤਾਂ ਇਹ ਪੂਰੇ ਸਟੈਪ ਲਏ ਜਾ ਰਹੇ ਨੇ। ਹੋਪਫੁਲੀ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਟ੍ਰੇਨਸ ਦੇ ਜ਼ਰੀਏ ਜਾਂ ਬੱਸਾਂ ਦੇ ਜ਼ਰੀਏ ਜਿਵੇਂ ਉੱਥੇ ਦੀ ਗਵਰਨਮੈਂਟ ਕਹਿੰਦੀਆਂ ਨੇ, ਤਾਂ ਸ਼ਾਇਦ ਵਾਪਸ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਭੇਜ ਵੀ ਦਿੱਤਾ ਜਾਵੇ। ਜੀ ਬਹੁਤ ਬਹੁਤ ਧੰਨਵਾਦ ਗੌਰਵ ਇਸ ਪੂਰੀ ਜਾਣਕਾਰੀ ਦੇ ਲਈ। ਤਾਂ 6.25 ਲੱਖ ਦੇ ਕਰੀਬ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਸ ਵੇਲੇ ਪੰਜਾਬ ਦੇ ਵਿੱਚ ਨੇ, ਜਾਂ ਪ੍ਰਵਾਸੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ, ਆਪਣੇ ਕੰਮਕਾਜ ਕਰਦੇ ਨੇ, ਦੂਜੇ ਸੂਬਿਆਂ ਦੇ ਨਾਲ ਜ਼ਿਆਦਾਤਰ ਬਿਹਾਰ ਦੇ ਨਾਲ ਜੁੜੇ ਹੋਏ ਨੇ, ਯੂਪੀ ਦੇ ਨਾਲ ਜੁੜੇ ਹੋਏ ਨੇ, ਔਰ ਹੁਣ ਕਿਉਂਕਿ ਕੰਮ ਧੰਦਾ ਬੰਦ ਹੈ ਇਸ ਕਰਕੇ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਨੇ। ਇੱਥੇ ਉਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ, ਔਰ ਜਦੋਂ ਨਵੇਂ ਨਿਯਮ ਆਉਂਦੇ ਨੇ, ਨਵੀਆਂ ਗਾਈਡਲਾਈਨਸ ਆਉਂਦੀਆਂ ਨੇ, ਤਾਂ ਫਿਰ ਉਹਨਾਂ ਨੂੰ ਕਾਹਲੀ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਇੰਤਜ਼ਾਮ ਹੋਵੇ ਤਾਂ ਕਿ ਉਹ ਆਪਣੇ ਘਰਾਂ ਨੂੰ ਪਰਤ ਸਕਣ। ਤੇ ਕਣਕ ਦੀ ਖਰੀਦ ਦੀ ਗੱਲ ਕਰ ਲੈਂਦੇ ਆ। ਪੰਜਾਬ ਸਰਕਾਰ ਵੱਲੋਂ ਕਣਕ ਦੀ ਬੰਪਰ ਖਰੀਦ ਦਾ ਦਾਅਵਾ ਕੀਤਾ ਗਿਆ ਹੈ ਔਰ ਹੁਣ ਤੱਕ 90 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਦਾਅਵਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਦਾ ਸੀਜ਼ਨ ਜਿਹੜਾ ਹੈ ਉਹ ਚੁਣੌਤੀ ਭਰਿਆ ਹੈ। ਭਾਰਤ ਭੂਸ਼ਣ ਆਸ਼ੂ ਜਿਹੜੇ ਫੂਡ ਸਪਲਾਈ ਮਿਨਿਸਟਰ ਨੇ, ਉਹਨਾਂ ਦਾ ਕਹਿਣਾ ਹੈ ਸੋਸ਼ਲ ਡਿਸਟੈਂਸਿੰਗ ਤੇ ਹਾਈਜੀਨ ਦਾ ਧਿਆਨ ਰੱਖਿਆ ਗਿਆ ਹੈ। ਮੰਡੀਆਂ 'ਚ ਖਰੀਦ ਤੇ ਲਿਫਟਿੰਗ ਫੁਰਤੀ ਨਾਲ ਕੀਤੀ ਜਾ ਰਹੀ ਹੈ। ਭਾਰਤ ਭੂਸ਼ਣ ਆਸ਼ੂ ਕਹਿ ਰਹੇ ਨੇ ਜ਼ਿਆਦਾਤਰ ਆੜ੍ਹਤੀਆਂ ਤੇ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ। ਇਹ ਵੀ ਉਹਨਾਂ ਦਾ ਕਹਿਣਾ ਹੈ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ। ਇਹ ਵੀ ਭਾਰਤ ਭੂਸ਼ਣ ਆਸ਼ੂ ਕਹਿ ਰਹੇ ਨੇ, ਫੂਡ ਸਪਲਾਈ ਮੰਤਰੀ ਨੇ। ਸੋ ਸਰਕਾਰ ਦੇ ਦਾਅਵੇ ਨੇ ਇਹ ਜਿਹੜੇ ਅਸੀਂ ਦਿਖਾ ਰਹੇ ਹਾਂ ਕਿ 90 ਲੱਖ ਮੀਟ੍ਰਿਕ ਟਨ ਜਿਹੜੀ ਖਰੀਦ ਹੈ ਉਹ ਕੀਤੀ ਜਾ ਚੁੱਕੀ ਹੈ ਤੇ ਕਿਸੇ ਤਰੀਕੇ ਦੀ ਕੋਈ ਦਿੱਕਤ ਕਿਸੇ ਕਿਸਾਨ ਨੂੰ ਮੰਡੀਆਂ ਦੇ ਵਿੱਚ ਨਹੀਂ ਆ ਰਹੀ। ਇਹ ਸਰਕਾਰ ਦਾ ਫੂਡ ਸਪਲਾਈ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਦਾ ਦਾਅਵਾ ਹੈ। 90 ਲੱਖ ਮੀਟ੍ਰਿਕ ਟਨ ਕਣਕ ਦੀ ਪ੍ਰੋਕਿਉਰਮੈਂਟ ਕਰ ਚੁੱਕੇ ਹਾਂ 135 ਲੱਖ ਮੀਟ੍ਰਿਕ ਟਨ ਚੋਂ। ਤਾਂ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਇਹ ਇੰਨਾ ਚੈਲੰਜਿੰਗ ਸੀਜ਼ਨ ਇਸ ਵਾਰ ਰਿਹਾ ਹੈ ਕੋਵਿਡ-19 ਦਾ, ਜਿਹਦੇ ਵਿੱਚ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਸੀਗਾ। ਮੰਡੀਆਂ ਤਕਰੀਬਨ 1800 ਤੋਂ ਵਧਾ ਕੇ 43-4400 ਕੀਤੀਆਂ ਗਈਆਂ ਤੇ ਉਹਦੇ ਵਿੱਚ ਸਭ ਜਗ੍ਹਾ ਪ੍ਰੋਪਰ ਹਾਈਜੀਨ ਮੇਨਟੇਨ ਕੀਤਾ ਗਿਆ, ਸੋਸ਼ਲ ਡਿਸਟੈਂਸ ਮੇਨਟੇਨ। ਤੇ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਬਹੁਤ ਜਲਦ ਵਾਪਸ